ਵਿੱਚ ਅਸੀਂ ਇਸ ਵੇਲੇ ਗੱਲਬਾਤ ਕਰਾਂਗੇ ਡਾਕਟਰ ਯੋਗਰਾਜ ਜੀ ਨਾਲ, ਜੋ ਕਿ ਪੰਜਾਬੀ ਵਿਭਾਗ ਦੇ ਮੁਖੀ ਹਨ, ਜਿਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਬਹੁਤ ਦੇਣ ਹੈ। ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ ਪੰਜਾਬੀ ਸਾਹਿਤ ਦੇ ਸੰਬੰਧੀ ਲਿਖੀਆਂ ਹਨ ਅਤੇ ਅਸੀਂ ਇਹਨਾਂ ਦੇ ਨਾਲ ਅੱਜ ਪੰਜਾਬੀ ਭਾਸ਼ਾ ਦੀ ਸਥਾਪਨਾਵਾਂ, ਗੰਭੀਰ ਜੋ ਉਹਨਾਂ ਨੂੰ ਚੁਣੌਤੀਆਂ ਹਨ ਅਤੇ ਸੰਭਾਵਨਾਵਾਂ, ਉਸ ਦੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਡਾਕਟਰ ਯੋਗਰਾਜ ਜੀ, ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਦੇ, ਕਿਉਂਕਿ ਪੰਜਾਬੀ ਵਿਭਾਗ ਦੇ ਮੁਖੀ ਹੋਣ ਕਰਕੇ ਇਹਨਾਂ ਦੇ ਜ਼ਿੰਮੇਵਾਰੀਆਂ ਬਹੁਤ ਹਨ। ਇਹਨਾਂ ਨੇ ਆਪਣੇ ਕੀਮਤੀ ਸਮੇਂ 'ਚ ਸਾਡੇ ਚੈਨਲ ਨੂੰ ਸਮਾਂ ਦਿੱਤਾ। ਸਭ ਤੋਂ ਪਹਿਲਾਂ ਅਸੀਂ ਇਹ ਸਵਾਲ ਕਰਦੇ ਹਾਂ, ਪਿਛਲੇ ਸਮੇਂ ਦੌਰਾਨ ਕੁਝ ਅਜਿਹੇ ਪੰਜਾਬੀ ਦੇ ਸੰਬੰਧੀ ਕੁਛ, ਜਿਵੇਂ ਗੁਰਦਾਸ ਮਾਨ ਦੀ ਟਿੱਪਣੀ ਸੀ, ਪੰਜਾਬੀ ਭਾਸ਼ਾ ਵਿਭਾਗ ਪਟਿਆਲੇ ਵਿੱਚ ਜੋ ਟਿੱਪਣੀਆਂ ਕੀਤੀਆਂ ਗਈਆਂ, ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਆਖਿਆ ਗਿਆ, ਉਸ ਨੂੰ ਗੰਭੀਰ ਵਿੱਚ ਲੈਣ ਦੀ ਜ਼ਰੂਰਤ ਹੈ ਜਾਂ ਉਸ ਨੂੰ ਚਿੰਤਾ ਕਰਨ ਦਾ ਕੋਈ ਵਿਸ਼ਾ ਨਹੀਂ ਹੈ? ਦੇਖੋ, ਕਿਸੇ ਵੀ ਭਾਸ਼ਾ ਬਾਰੇ, ਚਾਹੇ ਉਹ ਪੰਜਾਬੀ ਹੈ ਜਾਂ ਕੋਈ ਹੋਰ ਭਾਸ਼ਾ, ਉਹਦੇ ਬਾਰੇ ਮਤਭੇਦ, ਵਿਚਾਰ, ਟਿੱਪਣੀਆਂ, ਇਹ ਸਿਲਸਿਲਾ ਚੱਲਦਾ ਰਹਿੰਦਾ। ਇਹ ਕੋਈ ਪਹਿਲੇ ਵਾਰੀ ਨਹੀਂ ਹੋਇਆ। ਪਰ ਜੇ ਕੋਈ ਟਿੱਪਣੀ ਸਿੱਧੇ ਤੌਰ 'ਤੇ ਪੰਜਾਬੀ ਭਾਸ਼ਾ ਦੇ ਨੁਕਸਾਨ ਨਾਲ ਜੁੜੀ ਹੋਵੇ, ਪ੍ਰਭਾਵਿਤ ਕਰਦੀ ਹੋਵੇ, ਤਾਂ ਫਿਰ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੂੰ ਜਾਂ ਉਹ ਸੰਸਥਾਵਾਂ ਜਿਹੜੀਆਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਪਰ ਜਿਹੜੀਆਂ ਦੋ ਚਾਰ ਟਿੱਪਣੀਆਂ ਪਿਛਲੇ ਸਮੇਂ 'ਚ ਆਈਆਂ ਨੇ, ਇਹਨਾਂ ਵਿਅਕਤੀਗਤ ਕਿਸਮ ਦੀਆਂ ਟਿੱਪਣੀਆਂ ਸੀ। ਇੱਕ ਜ਼ਰੂਰ ਕੋਈ ਮੀਟਿੰਗ ਦੇ ਵਿੱਚ ਜ਼ਿਕਰ ਹੋਇਆ, ਉਹਨੂੰ ਗੰਭੀਰਤਾ ਦੇ ਨਾਲ ਲਿਆ ਵੀ ਗਿਆ। ਗੁਰਦਾਸ ਮਾਨ ਵਾਲੀ ਜਿਹੜੀ ਟਿੱਪਣੀ ਆ, ਉਹਨਾਂ ਦਾ ਇੱਕ ਵਿਅਕਤੀਗਤ ਵਿਚਾਰ ਸੀ। ਅਦਰਵਾਈਜ਼ ਪੰਜਾਬੀਅਤ ਲਈ ਉਹਨਾਂ ਦੀ ਭੂਮਿਕਾ ਸਾਰਥਕ ਰਹੀ ਆ। ਸਾਫ ਸੁਥਰੇ ਗੀਤ ਉਹਨਾਂ ਨੇ ਲਿਖੇ ਆ, ਸਾਫ ਸੁਥਰੀ ਗਾਇਕੀ ਉਹਨਾਂ ਦੀ ਹੈਗੀ ਆ। ਉਸ ਕਿਸਮ ਦੀ ਕੰਟਰੋਵਰਸੀ ਪਹਿਲਾਂ ਤਾਂ ਕਦੇ ਨਹੀਂ ਰਹੀ ਹੈਗੀ। ਇਸ ਕਰਕੇ ਉਹ ਮਾਮਲਾ ਬਹੁਤ ਜ਼ਿਆਦਾ ਗੰਭੀਰ ਮੈਨੂੰ ਨਹੀਂ ਲੱਗਦਾ। ਬਾਕੀ ਇਹ ਆ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿਹੜੇ ਦਾਨਸ਼ਵਰ ਨੇ ਜਾਂ ਸੰਸਥਾਵਾਂ ਨੇ, ਉਹਨਾਂ ਨੂੰ ਜ਼ਰੂਰ ਸੁਚੇਤ ਰਹਿਣ ਦੀ ਜ਼ਰੂਰਤ ਆ ਵੀ ਕਿਤੇ ਗਲਤਫਹਿਮੀਆਂ ਜਿਹੜੀਆਂ ਉਹ ਨਾ ਫੈਲਣ। ਸਰ, ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਾ ਪੰਜਾਬੀ ਭਾਸ਼ਾ ਨੂੰ ਫਿਰਕੂ ਰੰਗਤ ਦੇ ਦਿੱਤੀ ਜਾਂਦੀ ਹੈ ਕਿ ਇਹ ਸਿਰਫ ਸਿੱਖਾਂ ਦੀ ਭਾਸ਼ਾ ਹੈ, ਜਿਵੇਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਵੱਡੇ ਕਵੀ ਧਨੀ ਰਾਮ ਚਾਤ੍ਰਿਕ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਬਹੁਤ ਵੱਡੇ ਲੇਖਕ ਹੋਏ ਹਨ। ਇਹਦੇ ਸੰਬੰਧੀ ਜੋ ਫਿਰਕੂ ਅਨਸਰ, ਫਿਰਕੂ ਪ੍ਰਸਤੀ ਦੇ ਫਿਰਕੂ ਰੰਗਤ ਦਿੱਤੀ ਜਾਂਦੀ ਹੈ, ਉਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਲ 'ਚ ਇਹਦੇ ਲਈ ਨਾ ਭਾਸ਼ਾ ਹੁੰਦੀ ਕੀ ਆ, ਪੰਜਾਬੀ ਭਾਸ਼ਾ ਕੀ ਆ, ਇਹਦੇ ਬਾਰੇ ਨਾ ਸਮਝੀ 'ਚ ਇਹੋ ਜਿਹੀਆਂ ਗੱਲਾਂ ਪੈਦਾ ਹੁੰਦੀਆਂ ਨੇ। ਹਰ ਵਾਰੀ ਇਹ ਨਹੀਂ ਗੱਲ ਕਿ ਕੋਈ ਸ਼ਰਾਰਤੀ ਅਨਸਰ ਇਸ ਗੱਲ ਨੂੰ ਪੈਦਾ ਕਰਦੇ ਨੇ। ਬਹੁਤ ਲੰਮੇ ਸਮੇਂ ਇਹ ਮਿੱਥ ਬਣੀ ਰਹੀ ਪੰਜਾਬੀਅਤ ਸੰਬੰਧੀ, ਪੰਜਾਬੀ ਸੰਬੰਧੀ, ਪੰਜਾਬੀ ਭਾਸ਼ਾ ਸੰਬੰਧੀ, ਵੀ ਸ਼ਾਇਦ ਇਹਦਾ ਸੰਬੰਧ ਕਿਸੇ ਇੱਕ ਖਾਸ ਧਰਮ ਨਾਲ ਆ। ਪਰ ਜੇ ਅਸੀਂ ਭਾਸ਼ਾਵਾਂ ਦੇ ਇਤਿਹਾਸ ਨੂੰ ਦੁਨੀਆ 'ਚ ਦੇਖੀਏ, ਭਾਸ਼ਾ ਕਿਸੇ ਖੇਤਰ ਦੀ, ਕਿਸੇ ਕਲਚਰ ਦੀ, ਯਾਨੀ ਕਿਸੇ ਸੱਭਿਆਚਾਰਕ ਇੱਕ ਯੂਨਿਟ ਦੀ ਹੁੰਦੀ ਆ, ਜਿਹਨੂੰ ਉਹ ਸੱਭਿਆਚਾਰਕ ਖੇਤਰ 'ਚ ਰਹਿਣ ਵਾਲੇ ਲੋਕ ਸਮੂਹਕ ਤੌਰ 'ਤੇ ਬੋਲਦੇ ਨੇ। ਉਹਦੇ 'ਚ ਕੋਈ ਵੀ ਜਾਤ, ਧਰਮ, ਗੋਤ, ਇਸ ਕਿਸਮ ਦਾ ਵਖਰੇਵਾਂ ਨਹੀਂ ਹੁੰਦਾ। ਮਸਲਨ ਇੱਕ ਪਿੰਡ, ਇੱਕ ਸ਼ਹਿਰ ਜਾਂ ਇੱਕ ਖੇਤਰ 'ਚ ਚਾਹੇ ਹਿੰਦੂ ਰਹਿੰਦੇ ਨੇ, ਸਿੱਖ ਰਹਿੰਦੇ ਨੇ, ਇਹ ਤਾਂ ਨਹੀਂ ਹੈ ਕਿ ਇੱਕ ਬੰਦਾ ਉਹਨਾਂ 'ਚ ਹਿੰਦੀ ਬੋਲੇਗਾ, ਦੂਜਾ ਅੰਗਰੇਜ਼ੀ, ਤੀਜਾ। ਉਹਨਾਂ ਦੀ ਜਿਹੜੀ ਮਾਤ ਭਾਸ਼ਾ, ਉਹ ਮਾਤ ਭਾਸ਼ਾ ਇੱਕੋ ਹੀ ਹੋਏਗੀ। ਬਾਕੀ ਭਾਸ਼ਾਵਾਂ ਦਾ ਇਤਿਹਾਸ ਖਾਸ ਤੌਰ 'ਤੇ ਭਾਰਤ ਦੇ ਵਿੱਚ ਇਹਨੂੰ ਵੀ ਅਧਿਐਨ ਕਰਨਾ ਚਾਹੀਦਾ। ਇਹ ਵੀ ਬਹੁਤ ਦਿਲਚਸਪ ਆ। ਮਸਲਨ ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ, ਆਜ਼ਾਦੀ ਤੋਂ ਪਹਿਲਾਂ ਸਾਡੀ ਜਿਹੜੀ ਦਫ਼ਤਰੀ ਜ਼ਰੂਰੀ ਭਾਸ਼ਾ ਸੀ, ਕਿਉਂਕਿ ਬ੍ਰਿਟਿਸ਼ ਰਾਜ ਸੀ, ਉਹ ਇੰਗਲਿਸ਼ ਸੀ। ਪਰ 14 ਸਤੰਬਰ 1949 ਨੂੰ ਇਹ ਇੱਕ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿ ਦਫ਼ਤਰੀ ਭਾਸ਼ਾ ਜਿਹੜੀ ਕੰਮ ਚਲਾਉਣ ਦੀ, ਅੰਗਰੇਜ਼ੀ ਦੀ ਨਿਸਬਤ ਹਿੰਦੀ ਹੋਵੇ। ਫਿਰ 26 ਜਨਵਰੀ 1950 'ਚ ਸੰਵਿਧਾਨਕ ਤੌਰ 'ਤੇ ਇਹ ਮੰਨ ਲਿਆ ਗਿਆ। ਪਰ ਇਹਦੇ ਨਾਲ ਇਹ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਹਿੰਦੀ ਨੂੰ ਦਫ਼ਤਰੀ ਭਾਸ਼ਾ ਜਦੋਂ 1950 'ਚ ਬਣਾਇਆ ਗਿਆ, ਤਾਂ ਜਿਹੜੀਆਂ ਹੋਰ ਖੇਤਰੀ ਭਾਸ਼ਾਵਾਂ ਨੇ, ਰਾਜਾਂ ਦੀਆਂ ਭਾਸ਼ਾਵਾਂ ਜਿਹੜੀਆਂ ਬਾਅਦ ਦੇ ਵਿੱਚ ਬਣੀਆਂ, ਉਹਨਾਂ ਦੀਆਂ ਦਫ਼ਤਰੀ ਭਾਸ਼ਾਵਾਂ, ਉਹ ਉਹਨਾਂ ਨੂੰ ਉਦੋਂ ਵੀ ਸੁਤੰਤਰਤਾ ਸੀ। ਅਤੇ ਇਹ ਫਿਰ ਕਾਂਸਟੀਟਿਊਸ਼ਨ ਦੇ 8ਵੇਂ ਸ਼ਡਿਊਲ ਦੇ ਵਿੱਚ
22 ਭਾਸ਼ਾਵਾਂ ਦੀ ਸ਼ਨਾਖਤ ਕੀਤੀ ਗਈ। ਉਹ 22 ਭਾਸ਼ਾਵਾਂ ਦੇ ਵਿੱਚ ਸਾਡੀ ਪੰਜਾਬੀ ਵੀ ਆਉਂਦੀ ਹੈ ਕਿ ਇਹਨਾਂ ਖੇਤਰਾਂ ਨਾਲ ਸੰਬੰਧਿਤ ਜਿਹੜੇ ਸਟੇਟ ਨੇ ਆਪਣੀ ਆਪਣੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਬਣਾ ਸਕਦੇ ਆ। 1966 ਦੇ ਵਿੱਚ ਪੰਜਾਬੀ ਭਾਸ਼ਾ ਐਕਟ ਲਾਗੂ ਹੋਇਆ, ਪਰ ਇਹ ਸਾਨੂੰ ਜਿਹੜਾ ਸੰਵਿਧਾਨਕ ਤੌਰ 'ਤੇ ਹੱਕ ਤਾਂ 1963 ਦੇ ਵਿੱਚ ਹੀ ਮਿਲ ਗਿਆ ਸੀ, ਪਰ ਮਸਲਾ ਇਹ ਤਾਂ ਹੈਗਾ ਸੰਵਿਧਾਨਕ ਤੌਰ 'ਤੇ। ਈਵਨ 1963 ਤੋਂ ਬਾਅਦ ਵੀ 2-3 ਵਾਰੀ ਕੋਸ਼ਿਸ਼ ਇਹ ਹੋਈ ਕਿ ਹਿੰਦੀ ਦਾ ਵਿਕਾਸ ਕੀਤਾ ਜਾਵੇ ਰਾਸ਼ਟਰੀ ਪੱਧਰ 'ਤੇ। ਇਹਦੇ ਬਾਰੇ ਵੀ ਗਲਤ ਫਹਿਮੀਆਂ ਨੇ, ਕਿਉਂਕਿ ਸਾਡੇ ਕੋਲ 3 ਭਾਸ਼ਾ ਦੇ ਪ੍ਰਮੁੱਖ ਸਕੂਲ ਨੇ, ਇੱਕ ਇੰਡੋ ਆਰੀਅਨ, ਇੱਕ ਦ੍ਰੈਵਿਡੀਅਨ, ਇੱਕ ਮੁੰਡਾ ਭਾਸ਼ਾ। ਉਹ ਦ੍ਰੈਵਿਡੀਅਨ ਸਕੂਲ ਦੇ ਵਿੱਚ ਤੁਸੀਂ ਹਿੰਦੀ ਭਾਸ਼ਾ ਲਾਗੂ ਕਰ ਹੀ ਨਹੀਂ ਸਕਦੇ, ਨਾ ਦਫ਼ਤਰੀ ਭਾਸ਼ਾ, ਕਿਉਂਕਿ ਉਹਨਾਂ ਦੀ ਜਿਹੜੀ ਭਾਸ਼ਾ ਵਿਗਿਆਨਕ ਵਿਲੱਖਣਤਾ ਇੰਟਾਇਰਲੀ ਡਿਫਰੈਂਟ ਹੈ। ਇਸੇ ਕਰਕੇ ਉਹ ਇੱਕ ਟੈਨਸ਼ਨ ਦਾ, ਤਣਾਅ ਦਾ ਮਾਹੌਲ ਬਣਦਾ। ਪਰ ਕਿਉਂਕਿ ਆਪਾਂ ਪੰਜਾਬੀ 'ਤੇ ਗੱਲ ਕਰਨੀ ਹੈ, ਮੈਂ ਪੰਜਾਬੀ ਭਾਸ਼ਾ 'ਤੇ ਆਉਣਾ। ਪੰਜਾਬੀ ਭਾਸ਼ਾ ਕਿਉਂਕਿ ਪੰਜਾਬ ਦੀ ਦਫ਼ਤਰੀ ਭਾਸ਼ਾ ਅਤੇ ਪੰਜਾਬੀਆਂ ਦੀ ਮਦਰ ਟੰਗ ਆ, ਮਾਤ ਭਾਸ਼ਾ, ਸਾਡੇ ਖੇਤਰ ਦੀ ਭਾਸ਼ਾ। ਇਹ ਇੱਕ ਵਾਰੀ ਹੋਰ ਕਲੀਅਰ ਕਰ ਦੇਣਾ ਚਾਹੁੰਦਾ ਵੀ ਇਹਦੇ 'ਚ ਚਾਹੇ ਕੋਈ ਬਟਾਲੇ 'ਚ ਕ੍ਰਿਸਚੀਅਨ ਰਹਿੰਦਾ, ਕਿਉਂਕਿ ਉੱਥੇ ਕ੍ਰਿਸਚੀਅਨ ਰਹਿੰਦੇ ਨੇ, ਚਾਹੇ ਪੰਜਾਬ ਦੇ ਵਿੱਚ ਇੱਕ ਵੱਡੀ ਵਸੋਂ ਹਿੰਦੂ ਰਹਿੰਦੇ ਨੇ, ਮੈਜੋਰਟੀ ਵਸੋਂ ਸਿੱਖ ਰਹਿੰਦੀ ਆ, ਚਾਹੇ ਕੋਈ ਹੋਰ ਕਮਿਊਨਿਟੀ ਰਹਿੰਦੀ ਹੋਵੇ, ਮੁਸਲਿਮ ਰਹਿੰਦੇ ਹੋਣ, ਸਾਰਿਆਂ ਦੀ ਭਾਸ਼ਾ ਪੰਜਾਬੀ ਇਹਨਾਂ ਦੀ ਮਾਤ ਭਾਸ਼ਾ। ਇਹਦੇ ਬਾਰੇ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਸਾਡੀ ਦਫ਼ਤਰੀ ਭਾਸ਼ਾ ਪੰਜਾਬ ਦੇ ਵਿੱਚ ਪੰਜਾਬੀ ਆ। ਲਾਜ਼ਮੀ ਵਿਸ਼ੇ ਦੇ ਤੌਰ 'ਤੇ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਵੀ ਜਾਰੀ ਆ, ਪਰ ਨਾਲ ਨਾਲ ਦਿੱਕਤਾਂ ਵੀ ਨੇ। ਸਮੱਸਿਆ ਕਿੱਥੇ ਆਈ? ਸਾਨੂੰ ਫਿਰ ਇਤਿਹਾਸ ਦੇ ਵਿੱਚ ਜਾਣਾ ਪਏਗਾ। ਇਤਿਹਾਸ ਦੇ ਵਿੱਚ ਇਹ ਕੋਤਾਹੀ ਬਾਰ-ਬਾਰ ਹੁੰਦੀ ਰਹੀ ਹੈ। ਜਦੋਂ 26 ਜਨਵਰੀ 1950 ਨੂੰ ਰਾਸ਼ਟਰੀ ਪੱਧਰ 'ਤੇ ਦਫ਼ਤਰੀ ਭਾਸ਼ਾ ਦੀ ਛੋਟ ਹਿੰਦੀ ਨੂੰ ਦਿੱਤੀ, ਉਦੋਂ ਖੇਤਰੀ ਭਾਸ਼ਾਵਾਂ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ ਗਿਆ। ਉੱਥੇ ਇੱਕ ਖੁੱਲ੍ਹ ਦੇ ਦਿੱਤੀ ਗਈ ਵੱਡੇ ਪੱਧਰ 'ਤੇ ਕਿ ਕਾਨੂੰਨ ਦੀ ਭਾਸ਼ਾ, ਪਾਰਲੀਮੈਂਟਰੀ ਭਾਸ਼ਾ ਜਾਂ ਹੋਰ ਜਿਹੜੇ ਉੱਚ ਬਿਊਰੋਕਰੇਸੀ ਦੇ ਦਫ਼ਤਰ ਨੇ, ਉਹਨਾਂ 'ਚ ਲੋੜ ਮੁਤਾਬਕ ਇੰਗਲਿਸ਼ ਭਾਸ਼ਾ ਦਾ ਪ੍ਰਯੋਗ ਹੁੰਦਾ ਰਹੇਗਾ। ਈਵਨ ਸਾਡੇ ਜਿਹੜੇ ਵੱਡੇ ਵੱਡੇ ਟੈਸਟ ਨੇ, ਵੱਡੀਆਂ ਪ੍ਰੀਖਿਆਵਾਂ ਜਿਹਨੂੰ ਸਿਵਲ ਸਰਵਿਸਿਜ਼ ਆਪਾਂ ਕਹਿੰਦੇ ਹਾਂ ਨੈਸ਼ਨਲ ਲੈਵਲ ਦੇ, ਉਹਨਾਂ ਦੀ ਵੀ ਇੱਕ ਬਹੁਤ ਵੱਡੇ ਸਮੇਂ ਤੱਕ ਅੰਗਰੇਜ਼ੀ ਦੀ ਉਹਨਾਂ 'ਤੇ ਡੋਮੀਨੈਂਸ ਰਹੀ। ਯਾਨੀ ਜਿਹੜਾ ਇਹ ਲਕੂਨਾ ਦਿੱਤਾ ਗਿਆ, ਇਹ ਫਿਰ ਪੰਜਾਬੀ ਭਾਸ਼ਾ ਲਈ ਵੀ ਘਾਤਕ ਸਿੱਧ ਹੋਇਆ। ਹੁਣ ਜਦੋਂ ਦਫ਼ਤਰੀ ਭਾਸ਼ਾ ਅਸੀਂ ਇਹਦਾ ਫਲਾਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬੀ ਪਿਆਰਿਆਂ ਵੱਲੋਂ, ਚਾਹੇ ਉਹ ਸਾਹਿਤਕ ਸੰਸਥਾਵਾਂ ਨੇ, ਚਾਹੇ ਅਕਾਦਮਿਕ ਅਦਾਰਿਆਂ ਦੇ ਵਿੱਚ ਮੇਰੇ ਵਰਗੇ ਟੀਚਰ, ਅਧਿਆਪਕ ਕੰਮ ਕਰਨ ਵਾਲੇ ਨੇ, ਚਾਹੇ ਸਾਡੇ ਵਿਦਿਆਰਥੀ ਨੇ, ਕਿਉਂਕਿ ਸਾਡੀ ਆਪਣੀ ਮਾਤ ਭਾਸ਼ਾ, ਉਹ ਮਾਤ ਭਾਸ਼ਾ ਕਮਾਲ ਆ ਕਿ ਜਿੱਦਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੇ ਐਫੀਲੇਟਡ ਕਾਲਜ ਨੇ ਐਜ਼ ਏ ਕੰਪਲਸਰੀ ਸਬਜੈਕਟ ਤਾਂ ਪੜ੍ਹਾਇਆ ਜਾਂਦਾ, ਮਤਲਬ ਜ਼ਰੂਰੀ ਵਿਸ਼ੇ ਦੇ ਤੌਰ 'ਤੇ ਵੀ। ਚੰਡੀਗੜ੍ਹ ਯੂਟੀ ਦੇ ਤੌਰ 'ਤੇ ਇਹਦੀ ਜਿਹੜੀ ਦਫ਼ਤਰੀ ਭਾਸ਼ਾ ਤੁਸੀਂ ਦੇਖੋ 8 ਸ਼ਡਿਊਲ ਦੇ ਮੁਤਾਬਕ ਇੰਗਲਿਸ਼ ਆ, ਅੰਗਰੇਜ਼ੀ ਇਸੀ ਕਰਕੇ ਸਾਡਾ ਜਿਹੜਾ ਦਫ਼ਤਰੀ ਕੰਮ ਕਾਜ ਆ ਇਹ ਵੀ ਪੰਜਾਬੀ 'ਚ ਨਹੀਂ ਚੱਲਦਾ ਹੈ। ਪੰਜਾਬੀ ਦੇ ਸਗੋਂ ਲੋਕਲ ਪੱਧਰ ਦੀ ਕੰਮ ਹੁੰਦੇ ਨੇ ਵਿਦਿਆਰਥੀਆਂ ਨਾਲ। ਜਦੋਂ ਤੁਸੀਂ ਉੱਚ ਅਧਿਕਾਰੀਆਂ ਦੇ ਨਾਲ, ਅਥਾਰਟੀ ਦੇ ਨਾਲ ਚਿੱਠੀ ਪੱਤਰ ਕਰਨਾ, ਤਾਂ ਜਾਂ ਤਾਂ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਹੈਗੀ, ਜਾਂ ਉਹ ਕਹਿੰਦੇ ਆ ਕਿ ਪੰਜਾਬੀ ਭੇਜ ਦਿਓ ਨਾਲ। ਯਾਨੀ ਇਹ ਸਮੱਸਿਆਵਾਂ ਮਾਈਕਰੋ ਲੈਵਲ 'ਤੇ ਤਾਂ ਗਿਣਾ ਰਹੇ ਹਾਂ। ਇਹੀ ਸਮੱਸਿਆ ਕਾਨੂੰਨੀ ਮਹਿਕਮਿਆਂ 'ਚ ਆ, ਇਹੀ ਸਾਡੀਆਂ ਵਿਧਾਨ ਸਭਾਵਾਂ 'ਚ ਆ, ਇਹੋ ਸਾਡੀ ਬਿਊਰੋਕਰੇਸੀ ਦੇ ਵਿੱਚ ਆ। ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਬਹੁਤ ਵੱਡੀ ਪ੍ਰਤੀਸ਼ਤ ਇਹੋ ਜਿਹੇ ਮਹਿਕਮਿਆਂ ਦੀ ਹੈਗੀ ਹੈ ਜਿੱਥੇ ਪੰਜਾਬੀ 'ਚ ਕੰਮਕਾਜ ਹੁੰਦਾ, ਕੋਈ ਸ਼ੱਕ ਨਹੀਂ। ਪਰ ਅਜੇ ਵੀ ਬਹੁਤ ਕੁਛ ਆ ਜਿਹੜਾ ਪੰਜਾਬੀ ਨੂੰ ਅਸਲ ਦੇ ਵਿੱਚ ਲਾਗੂ ਕਰਾਉਣ ਵਾਸਤੇ ਸਾਨੂੰ ਜ਼ਰੂਰਤ ਆ। ਪਰ ਅਗੇਨ ਮੈਂ ਇੱਕ ਗੱਲ ਹੋਰ, ਉਸ ਤੋਂ ਬਾਅਦ ਅਗਲਾ ਕੁਐਸਚਨ ਲੈਂਦੇ ਹਾਂ ਕਿ ਅਸਲ ਦੇ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ ਕਿਵੇਂ ਹੋਵੇ, ਪੰਜਾਬੀ ਭਾਸ਼ਾ ਨੂੰ ਖਤਰਾ ਹੈ ਕਿੱਥੋਂ, ਇਹ ਗੱਲ ਵੀ ਸਮਝਣ ਵਾਲੀ ਹੈ। ਅਸਲ ਦੇ ਵਿੱਚ
ਇੱਕ ਹੱਦ ਤੱਕ ਭਾਸ਼ਾਵਾਂ ਦਾ ਵਿਕਾਸ ਮਾਰਕੀਟ ਦੇ ਨਾਲ, ਮੰਡੀ ਦੇ ਵਿੱਚ ਯਾਨੀ ਲੋੜ ਨਾਲ ਜੁੜ ਗਿਆ। ਹੁਣ ਗਿਆਨ ਦੀ ਭਾਸ਼ਾ ਮੱਲੋ ਜ਼ੋਰੀ ਸੈਂਕੜੇ ਸਾਲਾਂ ਦੇ ਵਿੱਚ ਅੰਗਰੇਜ਼ੀ ਬਣਾ ਦਿੱਤੀ। ਗਿਆਨ ਦੀਆਂ ਵੱਡੀਆਂ ਵੱਡੀਆਂ ਪੁਸਤਕਾਂ, ਟੈਕਨੋਲੋਜੀ ਨਾਲ, ਸਾਇੰਸ ਨਾਲ, ਲੇਟੈਸਟ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ ਜਿੰਨੀ ਕਨਸੈਪਚੁਅਲ ਸੰਕਲਪਾਤਮਕ ਸ਼ਬਦਾਵਲੀ ਆ, ਵੋਕੈਬਲਰੀ ਆ, ਇੰਗਲਿਸ਼ 'ਚ ਮੱਥਾ ਮਾਰਨਾ ਪੈਂਦਾ। ਈਵਨ ਪੰਜਾਬੀ ਲਿਟਰੇਚਰ ਜਾਂ ਲਿਟਰੇਰੀ ਕ੍ਰਿਟਿਸਿਜ਼ਮ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਵੀ ਜੇ ਉੱਚ ਖੋਜ ਕਰਨੀ ਆ, ਉਹ ਜਿਹੜੇ ਸਾਹਿਤ ਆਲੋਚਨਾ ਦੇ ਸਕੂਲ ਨੇ ਉਹਨਾਂ ਦੇ ਵਿੱਚ ਗਿਆਨ ਦੀਆਂ ਪੁਸਤਕਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਵਿੱਚ ਲੱਭਣੀਆਂ ਪੈਂਦੀਆਂ ਨੇ, ਅੰਗਰੇਜ਼ੀ 'ਚ ਲਿਖਣੀਆਂ ਪੈਂਦੀਆਂ ਨੇ। ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਘਾਟ ਕਿੱਥੇ ਹੋਈ ਹੈ, ਚਾਹੇ ਵਿਦਿਅਕ ਸੰਸਥਾਵਾਂ ਨੇ, ਚਾਹੇ ਅਕੈਡਮੀਆਂ ਨੇ, ਚਾਹੇ ਵਿਅਕਤੀਗਤ ਪੱਧਰ ਹੈ। ਕਿੰਨਾ ਕੁ ਅਨੁਵਾਦ ਅਸੀਂ ਸਾਇੰਸ ਦੀਆਂ ਪੁਸਤਕਾਂ 'ਚ ਕਰਵਾਇਆ ਠੀਕ ਢੰਗ ਦਾ, ਕਿੰਨੇ ਕੁ ਪ੍ਰਤੀਸ਼ਤ ਅਸੀਂ ਇੰਜੀਨੀਅਰਿੰਗ, ਮੈਡੀਕਲ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ। ਹਜੇ ਤੱਕ ਤਾਂ ਅਸੀਂ ਆਪਣੇ ਪੰਜਾਬੀ ਦੇ ਸ਼ਬਦ ਜੋੜਾਂ 'ਤੇ ਹੀ ਸਹਿਮਤ ਨਹੀਂ ਹੋਏ। ਛੋਟੀ ਛੋਟੀ ਗੱਲ 'ਤੇ ਰੌਲਾ ਪਾਉਂਦੇ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਬਹੁਤ ਵੱਡਾ ਲੰਮਾ ਸਮਾਂ ਇਸ ਦਿਸ਼ਾ 'ਚ ਕੰਮ ਕੀਤਾ, ਪਰ ਉਹ ਕੋਈ ਸਾਰਥਕ ਸਿੱਟੇ ਨਹੀਂ ਦੇ ਸਕੇ। ਇਹ ਨਹੀਂ ਹੈ ਕਿ ਯਾਨੀ ਇਹ ਵੀ ਇੱਕ ਉਦਾਹਰਨ ਆ ਕਿ ਅਸੀਂ ਜਿਸ ਭਾਸ਼ਾ ਦਾ ਵਿਕਾਸ ਕਰਨਾ, ਉਸ ਭਾਸ਼ਾ ਦੀ ਅਕਾਦਮਿਕਤਾ ਨੂੰ ਮਿਆਰੀ ਬਣਾਉਣ ਲਈ ਸ਼ਬਦ ਜੋੜ ਵੀ ਮਿਆਰੀ ਬਣਾਉਣੇ ਚਾਹੀਦੇ ਨੇ। ਮਸਲਨ ਸਾਂਝੇ ਤੌਰ 'ਤੇ ਵੀ ਇਹ ਮੰਨ ਲਿਆ ਕਿ ਇਹ ਸ਼ਬਦ ਦੇ ਸ਼ਬਦ ਜੋੜ ਭਾਈ ਸਾਰੇ ਇੱਦਾਂ ਪਾਉਣਗੇ, ਹਜੇ ਇਹ ਸਹਿਮਤੀ ਨਹੀਂ ਹੋਈ। ਅਨੁਵਾਦ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੱਕ ਪੰਜਾਬੀ ਭਾਸ਼ਾ ਨੂੰ ਲੇਟੈਸਟ ਗਿਆਨ ਦੀ ਭਾਸ਼ਾ ਦੇ ਖੇਤਰ 'ਚ ਪ੍ਰਤੀਯੋਗੀ ਨਹੀਂ ਬਣਾਉਂਦੇ, ਕੰਪੀਟੀਸ਼ਨ 'ਚ ਨਹੀਂ ਲਿਆਉਂਦੇ। ਸਾਨੂੰ ਇਹ ਸ਼ਬਦ ਪਹਿਲਾਂ ਵਰਤਨ ਤੋਂ ਮੈਨੂੰ ਲੱਗਦਾ ਸੀ ਵੀ ਨਹੀਂ ਵਰਤਿਆ ਜਾਣਾ ਚਾਹੀਦਾ, ਪਰ ਮੈਂ ਹੁਣ ਬਿਲਕੁਲ ਇਸ 'ਤੇ ਜ਼ੋਰ ਦਿੰਦਾ ਕਿ ਅੰਗਰੇਜ਼ੀ ਜਿਵੇਂ ਸੱਤਾ ਦੀ ਭਾਸ਼ਾ ਬਣ ਗਈ ਆ ਵਿਸ਼ਵ ਪੱਧਰ 'ਤੇ, ਪੰਜਾਬੀ ਨੂੰ ਵੀ ਪੰਜਾਬ ਪੱਧਰ 'ਤੇ ਅਤੇ ਵਿਸ਼ਵ ਪੱਧਰ 'ਤੇ ਸੱਤਾ ਦੀ ਭਾਸ਼ਾ ਵਾਲੇ ਪਾਸੇ ਸੋਚਣਾ ਪਏਗਾ। ਸੱਤਾ ਦੀ ਭਾਸ਼ਾ ਦਾ ਮਤਲਬ ਇਹ ਨਹੀਂ ਅਸੀਂ ਕਿਸੇ ਦੀ ਭਾਸ਼ਾ 'ਤੇ ਕਬਜ਼ਾ ਕਰਨਾ। ਸੱਤਾ ਦੀ ਭਾਸ਼ਾ ਤੋਂ ਮਤਲਬ ਆ ਕਿ ਇਹਦੇ 'ਚ ਰੁਜ਼ਗਾਰ ਪੈਦਾ ਹੋਵੇ, ਇਹਦਾ ਦਾਇਰਾ ਫੈਲੇ। ਡਾਟਾ ਜ਼ਰੂਰ ਆ ਕਿ 3.5-4 ਕਰੋੜ ਲੋਕ ਇੱਧਰਲੇ ਪੰਜਾਬ 'ਚ ਯਾਨੀ ਭਾਰਤੀ ਪੰਜਾਬ ਦੇ ਵਿੱਚ ਜਾਂ ਸਾਡੇ ਵਿਦੇਸ਼ ਦੇ ਵਿੱਚ ਲਗਭਗ ਜਿਹੜੇ 50 ਲੱਖ ਲੋਕ, 60 ਲੱਖ ਲੋਕ ਅੱਡੋ ਅੱਡ ਮੁਲਕਾਂ 'ਚ ਵਸੇ ਆ, ਉਹਨਾਂ ਦੀ ਪੰਜਾਬੀ ਭਾਸ਼ਾ। ਪਰ ਉਹ ਪੰਜਾਬੀ ਭਾਸ਼ਾ ਦੀ ਸਥਿਤੀ ਦਿਨ ਪ੍ਰਤੀ ਦਿਨ ਚਿੰਤਾਜਨਕ ਅਤੇ ਵੰਗਾਰਾਂ ਦੇ ਵਿੱਚ ਘਿਰੀ ਹੋਈ ਆ। ਪਾਕਿਸਤਾਨ ਦੇ ਪੰਜਾਬੀਆਂ ਨੂੰ ਕਲਾਈਏ ਫਿਰ 13-14 ਕਰੋੜ ਬਣਦੀ ਆ। ਇੱਦਾਂ ਹੀ ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਇਹ 11ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ, ਜਦਕਿ ਸਬ ਡਾਇਲੈਕਟ ਦੀ ਗਿਣਤੀ 2011 ਦੀ ਜਨਗਣਨਾ ਦੇ ਮੁਤਾਬਕ 720 ਆ। ਟੋਟਲ 22+1 ਸੰਸਕ੍ਰਿਤ, 23 ਸ਼ਡਿਊਲਡ ਲੈਂਗੁਏਜ ਨੇ। ਸ਼ਡਿਊਲਡ ਲੈਂਗੁਏਜ 23 ਭਾਸ਼ਾਵਾਂ ਦੇ ਵਿੱਚ ਸਾਡਾ ਨੰਬਰ 11ਵਾਂ ਨਹੀਂ, ਮੈਂ 6ਵਾਂ-7ਵਾਂ ਸਮਝਦਾ ਜੇ ਅੰਕੜੇ ਹੋਰ ਸਹੀ ਕਰ ਲੈਣ। ਸੋ ਅੰਕੜਿਆਂ ਦੇ ਹਿਸਾਬ ਨਾਲ ਸਥਿਤੀ ਮਾੜੀ ਨਹੀਂ ਹੈ, ਪਰ ਇਹਨੂੰ ਚੈਲੰਜ ਅੰਗਰੇਜ਼ੀ ਤੋਂ ਨੇ ਸਿੱਧੇ ਤੌਰ। ਇਸੀ ਕਰਕੇ ਇੱਕ ਵਕਤ ਇੱਕ ਸਰਕਾਰ ਨੇ ਇਹ ਸੋਚਿਆ ਕਿ ਪਹਿਲੀ ਸਟੈਂਡਰਡ ਤੋਂ, ਪਹਿਲੀ ਕਲਾਸ ਤੋਂ ਅੰਗਰੇਜ਼ੀ ਸਿਖਾਵਾਂਗੇ, ਪੰਜਾਬ ਦੇ ਯੂਥ, ਪੰਜਾਬ ਦੇ ਵਿਦਿਆਰਥੀ ਬਾਹਰਲੇ ਮੁਲਕਾਂ 'ਚ ਅੰਗਰੇਜ਼ੀ ਸਿੱਖ ਕੇ ਸੈਟਲ ਹੋ ਜਾਣਗੇ। ਦੁਬਾਰਾ ਫਿਰ ਇਹ ਗੱਲ ਰਿਵਾਈਵ ਹੁੰਦੀ ਰਹੀ ਆ, ਹੁਣ ਵੀ ਹੋ ਰਹੀ ਆ। ਆਈਲੈਟਸ, ਟਾਪਰ, ਫਲਾਨਾ, ਕਿ ਅੰਗਰੇਜ਼ੀ ਦਾ ਟੈਸਟ ਕਲੀਅਰ ਕਰਕੇ ਹੀ ਮੁਕਤੀ, ਅੰਗਰੇਜ਼ੀ ਪੜ੍ਹ ਕੇ ਹੀ ਰੋਜ਼ੀ ਰੋਟੀ, ਅੰਗਰੇਜ਼ੀ ਪੜ੍ਹ ਕੇ ਹੀ ਆਰਥਿਕ ਸੰਪੰਨਤਾ। ਇਹ ਨੇ। ਇਹਦੇ ਨਾਲ ਇੱਕ ਪੱਖ ਹੋਰ ਜੁੜਿਆ ਹੋਇਆ ਜਿਹੜਾ ਤੁਹਾਡੇ ਸਵਾਲ ਦੇ ਨਾਲ ਹੀ ਮੈਂ ਕਵਰ ਕਰਾਂਗਾ। ਉਹ ਸੰਕੇਤ ਦੇ ਦਿੰਦਾ ਕਿ ਸੁਰਜੀਤ ਪਾਤਰ ਦੀ ਕਵਿਤਾ ਇੱਕ ਮਾਡਲ ਆ। ਉਹ ਕਵਿਤਾ ਜਿਹੜੀ ਹੈਗੀ ਹੈ ਨਾ ਕਿ ਕਿੱਦਾਂ ਅਸੀਂ ਪੰਜਾਬੀ ਨੂੰ ਛੱਡ ਰਹੇ ਹਾਂ, ਪਰ ਪ੍ਰਵਾਸੀ ਜਿਹੜੇ ਇੱਥੇ ਆ ਕੇ ਰੁਜ਼ਗਾਰ ਪ੍ਰਾਪਤ ਕਰਦੇ ਆ, ਉਹ ਪੰਜਾਬੀ ਨੂੰ ਅਪਣਾ ਰਹੇ ਆ। ਜੇ ਉਹਨੂੰ ਉਹਦੇ ਅਰਥ ਠੀਕ ਪਿੱਛੇ ਰਿਜ਼ਕ 'ਤੇ ਜਿਹੜੀ ਕਵਿਤਾ ਨਾ ਆਇਆ ਆਨੰਦ ਕਿਸ਼ੋਰ ਦੇ ਵਿੱਚ ਕੀ ਆ ਕਿ ਸਾਡੀ
ਜਿਹੜੀ ਸੰਪੰਨ ਕਲਾਸ ਆ, ਸੰਪੰਨ ਤੋਂ ਮਤਲਬ ਪੈਸੇ ਟਕੇ ਵਾਲੀ, ਉਹ ਚਾਹੁੰਦੀ ਆ ਕਿ ਸਾਡੇ ਬੱਚੇ ਅੰਗਰੇਜ਼ੀ ਪੜ੍ਹਨ, ਅੰਗਰੇਜ਼ੀ ਸਿੱਖਣ, ਸ਼ਹਿਰਾਂ 'ਚ ਸੈਟਲ ਹੋਣ ਜਾਂ ਬਾਹਰਲੇ ਮੁਲਕਾਂ 'ਚ ਸੈਟਲ ਹੋਣ, ਅਫਸਰ ਬਣ ਅੰਗਰੇਜ਼ੀ ਭਾਸ਼ਾ ਨੂੰ ਸਿੱਖ ਕੇ। ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਸਥਾਨਕ ਪ੍ਰਵਾਸ ਹੁੰਦਾ, ਸੈਟਲ ਹੁੰਦੀ ਆ ਅਮੀਰ ਸ਼੍ਰੇਣੀ, ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਨੂੰ ਛੱਡਦੀ ਆ। ਇੱਥੇ ਕੋਈ ਹਿੰਦੂ, ਸਿੱਖ, ਮੁਸਲਮਾਨ, ਕ੍ਰਿਸਚਨ ਦਾ ਰੌਲਾ ਨਹੀਂ ਹੈ। ਸ਼ਹਿਰਾਂ 'ਚ ਵਸਣ ਵਾਲੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਪੰਜਾਬੀ, ਬਰਨਾਲੇ, ਬਠਿੰਡੇ, ਫਰੀਦਕੋਟ ਕਹਾਉਂਦੇ ਆ, ਚੰਡੀਗੜ੍ਹ ਆ ਕੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਬੋਲਣੀ ਆਪਣੇ ਬੱਚਿਆਂ ਨੂੰ ਛਡਾਉਂਦੇ ਆ। ਆਪ ਤਾਂ ਉਹ ਹਿੰਦੀ ਨਹੀਂ ਬੋਲ ਸਕਦੇ, ਬੱਚੇ ਉਹਨਾਂ ਦੇ ਹਿੰਦੀ ਬੋਲਣੀ ਸ਼ੁਰੂ ਕਰਦੇ ਆ। ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਵਿੱਚ ਜਾਂਦੇ ਆ, ਉਹ ਫਖਰ ਮਹਿਸੂਸ ਕਰਦੇ ਆ। ਯਾਨੀ ਅਲੀਟ ਇੱਕ ਇਹੋ ਜਿਹੀ ਪੈਦਾ ਪੰਜਾਬੀਆਂ ਦੀ ਹੋਣ ਲੱਗ ਗਈ। ਸਾਨੂੰ ਹੁਣ ਇਸ ਅਲੀਟ ਤੋਂ ਖਤਰਾ ਪੰਜਾਬੀ ਨੂੰ ਕਿਸੇ ਧਰਮ ਤੋਂ ਖਤਰਾ ਨਹੀਂ ਹੈ, ਹਿੰਦੂਆਂ ਤੋਂ ਖਤਰਾ ਨਹੀਂ, ਮੁਸਲਮਾਨਾਂ ਤੋਂ ਖਤਰਾ ਨਹੀਂ, ਕ੍ਰਿਸਚੀਨਾਂ ਤੋਂ ਖਤਰਾ ਨਹੀਂ ਹੈ। ਸਾਨੂੰ ਉਸ ਸੋ ਕਾਲਡ ਅਲੀਟ ਤੋਂ ਵੀ ਖਤਰਾ ਪੈਦਾ ਹੋ ਗਿਆ, ਜਿਹੜੀ ਪੰਜਾਬੀ ਲਗਾਤਾਰ ਛੱਡ ਰਹੀ ਹੈ। ਸੋ ਉਸ ਅਲੀਟ ਬਾਰੇ ਵੀ ਦੁਬਾਰਾ ਤੋਂ ਸੋਚਣਾ ਪਏਗਾ, ਪਰ ਇਹ ਵੀ ਤਾਂ ਹੀ ਸੋਚਾਂਗੇ ਜੇ ਅਸੀਂ ਇਹਦਾ ਫੈਲਾਅ ਕਰਾਂਗੇ। ਫੈਲਾਅ ਕਰਨ ਦੇ ਨਾਲ ਹੀ ਇਤਿਹਾਸ ਪੜ੍ਹ ਲਓ ਕਿ ਅੰਗਰੇਜ਼ੀ ਭਾਸ਼ਾ ਪ੍ਰਥਮ ਭਾਸ਼ਾ ਵਿਸ਼ਵ ਦੀ ਨਹੀਂ ਸੀ। ਇਹ ਮੰਡੀ ਦੀ ਭਾਸ਼ਾ ਬਣ ਕੇ, ਸਤ੍ਹਾ ਦੀ ਭਾਸ਼ਾ ਬਣ ਕੇ, ਚੌਧਰ ਦੀ ਭਾਸ਼ਾ ਬਣ ਕੇ, ਹੈਜਮੋਨਿਕ ਯਾਨੀ ਗਲਬੇ ਦੀ ਭਾਸ਼ਾ, ਸਰਦਾਰੀ ਦੀ ਭਾਸ਼ਾ ਬਣੀ ਆ, ਕਿਉਂਕਿ ਲੋਕਾਂ ਨੂੰ ਇਹਦੇ 'ਚ ਆਪਣਾ ਭਵਿੱਖ ਦਿਸਦਾ। ਕਈ ਤਾਂ ਇਹ ਕਹਿੰਦੇ ਆ ਵੀ ਤੁਸੀਂ ਅਮੀਰ ਇੱਦਾਂ ਨਹੀਂ ਹੋ ਸਕਦੇ ਲੋਕਲ ਭਾਸ਼ਾਵਾਂ ਦੇ ਨਾਲ, ਅੰਗਰੇਜ਼ੀ ਪੜ੍ਹ ਕੇ, ਅੰਗਰੇਜ਼ੀ 'ਚ ਕਮਾਂਡ ਕਰਕੇ ਤੁਸੀਂ ਸੰਪੰਨ ਹੋ ਸਕਦੇ ਹੋ। ਸੋ ਇਹਨਾਂ ਮਿੱਥਾਂ ਤੋਂ ਪਾਰ, ਮਿੱਥਾਂ ਨਾਲ ਨਹੀਂ ਜਾਇਆ ਜਾ ਸਕਦਾ, ਰਿਐਲਿਟੀ ਨਾਲ ਹੀ ਆ। ਜੇ ਮਿੱਥਾਂ ਨੂੰ ਤੋੜਨਾ, ਉਹਦੇ ਸਾਹਮਣੇ ਸੱਚਾਈ 'ਚ ਵਿਕਾਸ ਕਰਨਾ ਪਏਗਾ, ਤਾਂ ਹੀ ਉਹ ਅਲੀਟ, ਤਾਂ ਹੀ ਉਹ ਲੋਕ ਮੁੜਨਗੇ ਪੰਜਾਬੀ ਵਾਲੇ ਪਾਸੇ। ਅੰਦੋਲਨ ਚੱਲਦੇ ਰਹਿੰਦੇ ਆ ਛੋਟੇ ਛੋਟੇ। ਅਸੀਂ ਪਿੱਛੇ ਪੰਜਾਬ ਆਰਟ ਕੌਂਸਲ ਦੇ ਵਿੱਚ ਸਰਜੀਤ ਪਾਤਰ ਜੀ ਦੀ ਅਗਵਾਈ ਹੇਠ ਇੱਕ ਬਹੁਤ ਵੱਡੀ ਮੀਟਿੰਗ ਕੀਤੀ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਖਤਰੇ ਕਿ ਦਾ ਵਿਕਾਸ ਕਿੱਦਾਂ ਹੋਵੇ। ਬੜਾ ਮਾਈਕਰੋ ਲੈਵਲ 'ਤੇ ਵਿਚਾਰਿਆ ਗਿਆ ਕਿ ਪੰਜਾਬੀ ਟੈਕਸਟ ਬੁੱਕ ਬੋਰਡ ਬਿਲਕੁਲ ਬੁਰਾ ਹਾਲ, ਭਾਸ਼ਾ ਵਿਭਾਗ ਪੰਜਾਬ ਬਿਲਕੁਲ ਬੁਰਾ ਹਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਪੰਜਾਬੀ ਦੇ ਵਿਕਾਸ ਲਈ ਆਈ ਸੀ, ਉਹਦੀ ਫੰਡਿੰਗ ਲਗਾਤਾਰ ਘਟ ਰਹੀ ਆ। ਮਤਲਬ 1 ਲੱਖ ਕਰੋੜ ਰੁਪਏ ਦਾ ਸਾਲਾਨਾ ਜੋ ਬਜਟ ਆ, ਯਾਨੀ 84,000 ਕਰੋੜ ਸੀ, ਵੱਧ ਕੇ ਹੁਣ 1 ਲੱਖ ਕਰੋੜ ਤੋਂ ਉੱਪਰ ਜਾਏਗਾ ਇਸ ਵਾਰ ਦਾ ਪੰਜਾਬ ਦਾ ਸਾਲਾਨਾ ਬਜਟ। ਪਰ ਉਹਦੇ 'ਚ ਕੀ ਅਸੀਂ 1000 ਕਰੋੜ ਰੁਪਈਏ ਵੀ 1% ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰੱਖਾਂਗੇ? ਰੱਖਿਆ ਕਦੇ? ਸਗੋਂ ਲਗਾਤਾਰ ਘਟਾਇਆ ਗਿਆ। ਸੋ ਰਾਜਨੀਤਿਕ ਸੰਦਰਭ ਤੋਂ ਹੀ ਗੱਲ ਕਰਨੀ, ਸਿਰਫ ਭਾਵਾਂ ਦੇ ਪੱਧਰ 'ਤੇ ਯਾਨੀ ਇਮੋਸ਼ਨਲ ਹੋ ਕੇ ਗੱਲ ਕਰਨੀ ਜਾਂ ਫਿਰਕੂ ਹੋ ਕੇ, ਸੰਪਰਦਾਇਕ ਹੋ ਕੇ ਗੱਲ ਕਰਨੀ, ਪੰਜਾਬੀ ਭਾਸ਼ਾ ਦਾ ਨੁਕਸਾਨ ਕਰਨਾ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਹੜੇ 3 ਪੁਆਇੰਟ ਮੈਂ ਦੱਸੇ ਆ ਕਿ ਸਾਨੂੰ ਇਹਦਾ ਫੈਲਾਅ ਕਿਵੇਂ ਕਰਨਾ, ਕਿ ਵੱਧ ਤੋਂ ਵੱਧ ਲਾਗੂ ਕਰਾਉਣੀ ਪਏਗੀ ਕਾਨੂੰਨ, ਪਾਰਲੀਮੈਂਟ, ਉੱਚ ਅਦਾਰਿਆਂ ਦੇ ਵਿੱਚ, ਉੱਚ ਸੰਸਥਾਵਾਂ ਦੇ ਵਿੱਚ, ਬਿਊਰੋਕਰੇਸੀ ਦੇ ਵਿੱਚ। ਦੂਜਾ, ਅਨੁਵਾਦ ਫੈਲਾਉਣਾ ਪਏਗਾ ਗਿਆਨ ਦੀ ਭਾਸ਼ਾ ਲਈ। ਜਿਨ੍ਹਾਂ ਕੌਮੀਅਤਾਂ ਨੇ, ਮੈਂ ਉਹਨਾਂ ਨੂੰ ਕੌਮੀਅਤ ਕਹਿਣਾ ਸਟੇਟਾਂ ਦੀਆਂ, ਕਿ ਮਹਾਰਾਸ਼ਟਰ, ਕੇਰਲਾ, ਤਾਮਿਲਨਾਡੂ ਯਾਨੀ ਦਰਾਬੀਅਨ ਜਿਹੜੇ ਸਕੂਲ ਦੇ ਸਟੇਟ ਨੇ, ਇਹ ਬਹੁਤ ਟੱਚੀ ਨੇ ਆਪਣੀ ਭਾਸ਼ਾ ਪ੍ਰਤੀ, ਬਹੁਤ ਟੱਚੀ ਨੇ। ਸਾਡੇ 'ਚ ਅੰਗਰੇਜ਼ੀ ਪ੍ਰਤੀ ਜ਼ਿਆਦਾ ਮੋਹ ਆ। ਸਾਊਥ ਇੰਡੀਆ ਦੇ ਵਿੱਚ ਕਮਾਲ ਦੀ ਗੱਲ ਹੈ, ਇੰਗਲਿਸ਼ ਸਾਡੇ ਨਾਲ ਜ਼ਿਆਦਾ ਵਧੀਆ ਬੋਲਦੇ ਆ, ਪਰ ਉਹ ਤੇਲਗੂ ਤੇ ਤਮਿਲ ਤੇ ਕੌਸ 'ਤੇ ਨਹੀਂ ਹੈ, ਮਰਾਠੀ ਦੀ ਕੌਸ 'ਤੇ ਨਹੀਂ ਹੈ। ਸਾਊਥ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਉਹ ਹਿੰਦੀ ਦੀ ਨਿਸਬਤ ਇੰਗਲਿਸ਼ ਚੰਗੀ ਬੋਲਦੇ ਆ ਅਤੇ ਉਹਦੇ 'ਚ ਰੋਜ਼ੀ ਰੋਟੀ ਵੀ ਕਮਾ ਰਹੇ ਆ, ਪਰ ਆਪਣੀ ਭਾਸ਼ਾ ਨੂੰ ਛੱਡ ਨਹੀਂ ਰਹੇ ਹੈਗੇ। ਸੋ ਪੰਜਾਬੀਆਂ ਨੂੰ ਇਸ ਕਿਸਮ ਦਾ ਜਿਹੜਾ ਯਥਾਰਥਕ ਸੱਚਾਈ ਨਾਲ ਭਰਿਆ ਹੋਇਆ ਮੋਹ ਆ ਆਪਣੀ ਭਾਸ਼ਾ ਦੇ ਨਾਲ ਕਰਨਾ ਪਏਗਾ, ਔਰ ਸੰਪਰਦਾਇਕਤਾ ਤੋਂ ਬਚਣਾ ਪਏਗਾ। ਇਹਨੂੰ ਇੱਕ ਸੱਭਿਆਚਾਰਕ ਭਾਸ਼ਾ ਦੇ ਤੌਰ 'ਤੇ, ਇੱਕ ਕੌਮੀਅਤ
ਪੰਜਾਬੀਅਤ ਦੀ ਭਾਸ਼ਾ ਦੇ ਤੌਰ ਤੇ ਐਕਸੈਪਟ ਕਰਨਾ ਪਏਗਾ। ਉਸ ਪੰਜਾਬੀਅਤ ਦੀ ਭਾਸ਼ਾ ਦੇ ਵਿੱਚ ਸਰਹੱਦ ਤੋਂ ਪਾਰ ਉਹ ਭਾਸ਼ਾ ਵੀ ਹੈ। ਇਸ ਲਈ ਮੈਂ ਤਾਂ ਇਹ ਕਹਿਣਾ ਕਿ ਲਿਪੀ ਸਾਨੂੰ ਗੁਰਮੁਖੀ 'ਚ ਸਾਰਾ ਕੁਝ ਕਰਨਾ ਚਾਹੀਦਾ, ਪਰ ਗੁਰਮੁਖੀ ਦੇ ਨਾਲ ਨਾਲ ਇੱਕ ਲਿਪੀ ਸ਼ਾਹਮੁਖੀ ਵੀ ਸਿੱਖ ਲੈਣੀ ਚਾਹੀਦੀ ਹੈ, ਤਾਂ ਜੋ ਅਸੀਂ ਸਾਹਿਤ ਪੰਜਾਬੀ 'ਚ ਜਿਹੜਾ ਬਾਗੇ ਤੋਂ ਪਾਰ ਲਿਖਿਆ ਜਾ ਰਿਹਾ ਉਹ ਤੋਂ ਵੀ ਜਾਣੂ ਹੋ ਸਕੀਏ। ਤੇ ਗਿਆਨ ਜਿੰਨਾ ਪੰਜਾਬੀਆਂ ਦਾ ਪੰਜਾਬੀ ਜਗਤ ਨੂੰ ਜਾਣਨ ਵਾਸਤੇ ਵਧੇਗਾ, ਉਹਦੇ ਨਾਲ ਵਿਕਾਸ ਹੋਏਗਾ, ਆਦਾਨ ਪ੍ਰਦਾਨ ਵਧੇਗਾ। ਸੋ ਉਹ ਗੁਰਮੁਖੀ ਸਿੱਖ ਵੀ ਰਹੇ ਆ, ਪਰ ਇਹ ਯਤਨ ਬਹੁਤ ਥੋੜ੍ਹੇ ਆ, ਇਹ ਯਤਨ ਵਧਾਉਣੇ ਪੈਣਗੇ। ਦੁਬਾਰਾ ਫਿਰ ਇਸ ਗੱਲ ਨੂੰ ਹੀ ਧਿਆਨ 'ਚ ਰੱਖਣਾ ਪਏਗਾ ਕਿ ਪੰਜਾਬੀ ਭਾਸ਼ਾ ਨੂੰ ਜਿਸ ਐਲੀਟਿਜ਼ਮ ਤੋਂ ਖਤਰਾ, ਉਸ ਐਲੀਟਿਜ਼ਮ ਤੋਂ ਕਿੱਦਾਂ ਬਚਾਈਏ। ਬਚਾਉਣ ਦਾ ਢੰਗ ਇਹੀ ਆ ਕਿ ਪੰਜਾਬੀ ਭਾਸ਼ਾ ਨੂੰ ਹਕੀਕੀ ਤੌਰ ਤੇ ਵਾਇਬਲ ਬਣਾਈਏ। ਕਈ ਬੜਾ ਇਮੋਸ਼ਨਲ ਹੋ ਕੇ ਗੱਲ ਕਹਿ ਸਕਦੇ ਆ ਜੀ ਵਾਇਬਲ ਤੋਂ ਕੀ ਮਤਲਬ। ਵਾਇਬਲ ਤੋਂ ਮਤਲਬ ਇਹ ਆ ਕਿ ਜਿਹੜਾ MPhil PhD MA ਪੰਜਾਬੀ ਕਰਦਾ, ਕੀ ਇਹ ਕੰਪਲਸਰੀ ਪੰਜਾਬੀ 1 to 10th +2 ਫਿਰ BA, ਫਿਰ ਅੱਗੇ ਹਾਇਰ ਐਜੂਕੇਸ਼ਨ, ਫਿਰ ਕਿਤਾਬਾਂ ਦਾ, ਫਿਰ ਸੰਸਥਾਵਾਂ ਦਾ ਵਿਕਾਸ, ਉਹਦੇ 'ਚ ਇੱਕ ਰੁਜ਼ਗਾਰ ਖੁੱਲ੍ਹੇਗਾ। ਅੰਗਰੇਜ਼ੀ ਪੰਜਾਬੀ ਹਿੰਦੀ ਆਪਸ ਦੇ ਵਿੱਚ ਅਨੁਵਾਦ ਦੀਆਂ, ਪੱਤਰਕਾਰੀ ਦਾ ਖੇਤਰ ਪੰਜਾਬੀ ਹੈ ਜਿਹੜਾ ਉਹ ਬਹੁਤ ਵਧੀਆ ਸਥਿਤੀ 'ਚ ਨਹੀਂ ਹੈ, ਉਹਦਾ ਮਿਆਰ ਉੱਪਰ ਚੱਕਣਾ ਪਏਗਾ। ਇਹ ਮਿਆਰ ਵੀ ਤਾਂ ਹੀ ਉੱਪਰ ਚੱਕਿਆ ਜਾਏਗਾ ਜੇ ਅਸੀਂ ਗਿਆਨ ਨਾਲ ਜੁੜਾਂਗੇ। ਨੌਲੇਜ ਹੁਣ ਕੰਪਿਊਟਰ ਹੈ ਚਾਹੇ ਹੋਰ ਖੇਤਰ ਹੈ, ਉਹ ਲੱਗਦਾ ਵੀ ਸ਼ਾਇਦ ਇੰਗਲਿਸ਼ 'ਚ ਹੀ ਹੈ, ਇਹ ਤੋਂ ਪਾਰ ਜਾਣਾ ਪਏਗਾ। ਹੋਰ ਵੀ ਬੜੀਆਂ ਗੱਲਾਂ ਨੇ, ਕਿਉਂਕਿ ਪੂਰਾ ਮੇਰੇ ਕੋਲ ਡਾਟਾ ਕਿ ਕਿੱਦਾਂ ਇੱਕ ਭਾਸ਼ਾ ਕਮਜ਼ੋਰ ਹੁੰਦੀ ਹੋ ਜਾਂਦੀ ਆ। ਤੁਸੀਂ ਸਥਾਪਨਾ ਪੁੱਛੀ ਸੀ, ਸਥਾਪਨਾ ਮੇਰੀ ਤਾਂ ਬਹੁਤ ਬੜੀ ਕਲੀਅਰ ਆ ਕਿ ਪੰਜਾਬੀ ਕੌਮ ਨੂੰ ਆਪਣੀ ਭਾਸ਼ਾ ਬਾਰੇ ਸੁਚੇਤ ਹੋ ਕੇ ਯਤਨ ਕਰਨੇ ਪੈਣਗੇ। ਯਤਨ ਵਿਅਕਤੀਗਤ, ਸਮੂਹਿਕ ਤੌਰ ਤੇ, ਭਾਵਕ ਤੌਰ ਤੇ, ਸਾਰਥਕ ਤੌਰ ਤੇ ਸਾਰੀ ਸ਼ਾਮਲ ਨੇ। ਨਹੀਂ ਤਾਂ ਭਾਸ਼ਾਵਾਂ ਕਮਜ਼ੋਰ ਹੁੰਦੀਆਂ ਮਰ ਮੁੱਕ ਜਾਂਦੀਆਂ ਨੇ। ਤਾਂ ਪੰਜਾਬੀ ਭਾਸ਼ਾ ਨੂੰ ਰੌਸ਼ਨ ਰੱਖਣ ਲਈ, ਜਿਹੜੀ ਰੌਸ਼ਨ ਹੈ ਹੋਰ ਵਧਾਉਣ ਲਈ ਸਾਡੀਆਂ ਜਿਹੜੀਆਂ ਐਫਰਟਸ ਨੇ, ਸਾਡੇ ਜਿਹੜੇ ਯਤਨ ਨੇ ਉਹ ਲਗਾਤਾਰ ਹੋਣੇ ਚਾਹੀਦੇ ਆ। ਮੇਰਾ ਤਾਂ ਇਹ ਵੀ ਵਿਸ਼ਵਾਸ ਆ ਕਿ ਪੰਜਾਬੀ ਭਾਸ਼ਾ ਦੇ ਜਿਹੜਾ ਸ਼ਬਦ ਭੰਡਾਰ ਆ, ਗਿਆਨ ਭੰਡਾਰ ਆ, ਉਹਨੂੰ ਅਮੀਰ ਕਰਨ ਵਾਸਤੇ ਹੋਰ ਭਾਸ਼ਾਵਾਂ ਦੇ ਜਿਹੜੇ ਸ਼ਬਦ ਨੇ ਨਾ, ਖਾਸ ਤੌਰ 'ਤੇ ਅੰਗਰੇਜ਼ੀ ਦੇ ਜਿਹੜੇ ਲੋਕਾਂ ਨੂੰ ਜ਼ਿਆਦਾ ਸਮਝ ਆਉਂਦੇ ਆ, ਜਿੱਥੇ ਸਾਡੇ ਕੋਲ ਕਨਸੈਪਚੁਅਲ ਕੋਈ ਹਜੇ ਸੰਕਲਪ ਨਹੀਂ ਹੈਗਾ, ਉਹਨੂੰ ਖੁੱਲ੍ਹੇ ਤੌਰ 'ਤੇ ਅਪਣਾ ਲੈਣਾ ਚਾਹੀਦਾ। ਇੰਗਲਿਸ਼ ਵੀ ਤਾਂ ਹਰ ਸਾਲ ਅਪਣਾਉਂਦੀ ਆ, ਉਹ ਸ਼ਬਦ ਤੋਂ ਗੁਰੇਜ਼ ਕਰੋ ਜਿਹੜਾ ਨਹੀਂ ਕਿਸੇ ਨੂੰ ਸਮਝ ਆਉਣਾ। ਅਤੇ ਬਾਕੀ ਇੱਦਾਂ ਹੀ ਇੱਕ ਬਹਿਸ ਇਹ ਵੀ ਆ ਕਿ ਸਾਡੀ ਜਿਹੜੀ ਗਿਆਨ ਦੀ ਭਾਸ਼ਾ ਪੰਜਾਬੀ ਦੀ ਔਖੀ ਹੁੰਦੀ ਜਾਂਦੀ ਆ, ਉਹਦੇ ਬਾਰੇ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ। ਡਾਕਟਰ ਸਾਹਿਬ ਨੇ ਪੰਜਾਬੀ ਦੀ ਆਧੁਨਿਕਤਾ ਦੇ ਸਮੇਂ ਦੇ ਵਿੱਚ ਸਮਕਾਲੀਨ ਪ੍ਰਸੰਗਤਾ ਦੇ ਵਿੱਚ ਜੋ ਸਮੱਸਿਆਵਾਂ ਨੇ, ਇਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ, ਬਹੁਤ ਹੀ ਵਿਸਥਾਰ ਨਾਲ ਦੱਸਿਆ ਹੈ। ਅਤੇ ਡਾਕਟਰ ਸਾਹਿਬ ਜੀ ਦੀ ਆਪ ਜੀ ਦੀ ਨਾ ਇੱਕ ਪੁਸਤਕ ਸੀ ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦਾ ਸ਼ੋਧ ਸ਼ਾਸਤਰ, ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਆਪ ਜੀ ਦੇ ਬੇਟੇ ਦਾ ਨਾਮ ਓਨਮ ਹੈ, ਉਹਨਾਂ ਨੇ ਆਪ ਜੀ ਦਾ ਇੱਕ ਆਰਟੀਕਲ ਪੜ੍ਹਿਆ ਸੀ ਅਤੇ ਉਹਦੇ ਵਿੱਚ ਉਹਨੇ ਆਪ ਜੀ ਨੂੰ ਆਖਿਆ ਸੀ ਆਪ ਜੀ ਪੰਜਾਬੀ ਜੋ ਲਿਖਣ ਦਾ ਤਰੀਕਾ ਉਹ ਬਹੁਤ ਔਖੀ ਲਿਖਦੇ ਹੋ। ਈਵਨ ਕਿ ਜਿਹੜੇ ਅੱਜ ਦੇ ਸਾਹਿਤਕਾਰ ਹੈ, ਇਹਨਾਂ ਦੀ ਜਿਹੜੀ ਪੰਜਾਬੀ ਲਿਖਣ ਦਾ ਸ਼ੈਲੀ ਹੈ ਔਖੀ ਹੁੰਦੀ ਜਾ ਰਹੀ ਹੈ, ਆਮ ਜਨ ਸਧਾਰਨ ਤੋਂ ਇਹ ਦੂਰ ਹੁੰਦੀ ਜਾਂਦੀ ਹੈ। ਕੀ ਇਹ ਚਿੰਤਾ ਦਾ ਵਿਸ਼ਾ ਹੈ? ਕੁਝ ਦੋ ਤਰ੍ਹਾਂ ਦੀਆਂ ਗੱਲਾਂ ਨੇ। ਖਾਸ ਤੌਰ 'ਤੇ ਜਿਹੜੀ ਗਿਆਨ ਦੀ ਜਾਂ ਸਾਹਿਤ ਆਲੋਚਨਾ ਦੀ ਭਾਸ਼ਾ, ਇਹ ਕਾਫੀ ਸੰਕਟ ਦੀ ਸਥਿਤੀ 'ਚ ਆ ਪੰਜਾਬੀ ਦੀ ਖਾਸ ਤੌਰ 'ਤੇ। ਤਾਂ ਉਦੋਂ ਹੀ ਮੇਰੇ ਨਾਲ ਮੇਰੇ ਬੇਟੇ ਦੀ ਗੱਲ ਹੋਈ, ਕਿਉਂਕਿ ਹਾਲਾਂਕਿ ਉਹਦਾ ਉਹ ਪੱਧਰ ਨਹੀਂ ਸੀ ਹੈਗਾ, ਇੱਕ ਤਾਂ ਇਹ ਕਾਰਨ ਸੀ, ਪਰ ਮੇਰੇ ਲਈ ਇਹ ਉਦੋਂ ਇੱਕ ਚੈਲੰਜ ਬਣਿਆ। ਮੈਂ ਬਾਅਦ ਦੇ ਵਿੱਚ ਜਿਹੜੀਆਂ ਆਪਣੀਆਂ ਸਾਹਿਤ ਆਲੋਚਨਾ ਦੀਆਂ ਪੋਇਟਰੀ ਉੱਤੇ ਜਿਹੜਾ ਮੈਂ ਕੰਮ ਕੀਤਾ, ਉਹਨਾਂ ਮੈਂ ਰਚਨਾਤਮਕ ਕਿਸ ਦੀ ਭਾਸ਼ਾ ਵਰਤਣ ਦਾ ਯਤਨ ਕੀਤਾ ਕਿ ਵੱਧ ਤੋਂ ਵੱਧ ਸੰਚਾਰ ਹੋਵੇ, ਉਹਦੇ 'ਚ ਗਿਆਨ ਵੀ ਹੋਵੇ, ਉਹਦੇ 'ਚ ਤੱਥ ਵੀ ਠੀਕ ਹੋਣ, ਪਾਠ ਦਾ ਅਧਿਐਨ ਵੀ ਹੋਵੇ। ਯਾਨੀ ਅਸੀਂ ਯਤਨ ਕਰਕੇ ਸਾਹਿਤ ਆਲੋਚਨਾ ਦੀ ਭਾਸ਼ਾ ਨੂੰ ਕ੍ਰੀਏਟਿਵ ਬਣਾ ਸਕਦੇ ਹਾਂ, ਇਹ ਸਾਡੇ ਵਿਦਵਾਨਾਂ ਨੂੰ ਸੋਚਣਾ ਪਏਗਾ। ਪਰ ਜਿਹੜਾ ਤਾਂ ਹੈਗਾ ਗਿਆਨ ਦੀ ਭਾਸ਼ਾ ਜਾਂ ਸਾਹਿਤ ਦੀ ਭਾਸ਼ਾ ਹਰ ਕਿਸੇ ਨੂੰ ਸਮਝ ਆਵੇਗੀ, ਉਹਦੇ ਨਾਲ ਤਾਂ ਨਹੀਂ ਮੈਂ ਸਹਿਮਤ, ਕਿਉਂਕਿ ਇਹ ਇੱਕ ਖਾਸ ਤਰ੍ਹਾਂ ਦਾ
ਸੁਹਜ ਜਗਤ ਆ ਸਾਹਿਤ ਦਾ, ਉਹ ਹਰ ਮੁਲਕ, ਹਰ ਕੌਮ, ਹਰ ਖੇਤਰ 'ਚ ਥੋੜ੍ਹੇ ਲੋਕਾਂ ਨੂੰ ਹਾਸਲ ਹੁੰਦਾ। ਆਮ ਲੋਕ ਆਮ ਭਾਸ਼ਾ ਜਿਹੜੀ ਉਹਦੇ 'ਚ ਗੱਲਬਾਤ ਕਰਦੇ ਨੇ। ਇਹ ਦੋ ਸ਼੍ਰੇਣੀਆਂ ਨੇ, ਇੱਕ ਹੁੰਦੀ ਆ ਸਾਹਿਤ ਦੀ ਭਾਸ਼ਾ, ਇੱਕ ਹੈਗੀ ਆ ਬਿਹਾਰ ਦੀ ਭਾਸ਼ਾ। ਬਿਹਾਰ ਦੀ ਭਾਸ਼ਾ ਨੂੰ ਬਾਈਬਲ ਬਣਾਉਣ ਦੀ ਜ਼ਿਆਦਾ ਜ਼ਰੂਰਤ ਆ, ਉਹਦੇ ਸ਼ਬਦ ਭੰਡਾਰ ਨੂੰ ਵਧਾਉਣ ਦੀ ਲੋੜ ਆ। ਜਿਹੜੀ ਸਿਰਜਣਾਤਮਕ ਭਾਸ਼ਾ, ਜਿਹਨੂੰ ਲੈਂਗ ਤੇ ਪ੍ਰੋਲ 'ਚ ਵੀ ਵੰਡਿਆ, ਹੋਰ ਕਿੰਨੀਆਂ ਭਾਸ਼ਾ ਵਿਗਿਆਨ ਕੈਟਾਗਰੀਜ਼ ਨੇ, ਇਹ ਮਸਲੇ ਤਾਂ ਨਜਿੱਠੇ ਜਾ ਸਕਦੇ ਆ। ਇਹ ਵੀ ਜਿੱਦਾਂ ਇੱਕ ਹੈ ਕਿ ਵੱਧ ਤੋਂ ਵੱਧ ਜਿਹੜੇ ਸੰਸਕ੍ਰਿਤ ਰਾਜ ਜਿਹੜੇ ਸਾਡੇ ਸਮਝਣੀ ਸ਼ਬਦਾਂ ਦੇ, ਉਹਨਾਂ ਤੋਂ ਵੀ ਪਾਰ ਜਾਣਾ ਚਾਹੀਦਾ, ਉਹਨਾਂ ਦੇ ਵਿਕਲਪ ਲੱਭਣੇ ਚਾਹੀਦੇ ਆ। ਅੰਗਰੇਜ਼ੀ ਵਾਲਾ ਮੈਂ ਸੋਚਦਾ ਹੁੰਦਾ ਕਿ ਜੇ ਸੰਕਲਪ ਵਰਤਿਆ ਤਾਂ ਬ੍ਰੈਕਟਾਂ 'ਚ ਉਹਨੂੰ ਵਿਸਥਾਰ ਨਾਲ ਸਮਝਾ ਦਿਓ, ਤਾਂ ਜੋ ਗਿਆਨ ਨਾਲ ਜੁੜਿਆ ਬੰਦਾ ਮੁੱਢਲੇ ਤੌਰ 'ਤੇ ਜਿਹੜਾ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਾਹਿਤ ਦੀ ਭਾਸ਼ਾ, ਉਹਨੂੰ ਸਮਝ ਆ ਜੇ। ਇਹ ਤਾਂ ਬਹੁਤ ਸੌਖੇ ਮਸਲੇ ਨੇ, ਪਰ ਮਸਲਾ ਫਿਰ ਦੁਬਾਰਾ ਹੀ ਹੈ ਕਿ ਅਸੀਂ ਐਫਰਟਸ ਕੀਤੀਆਂ ਕਿੰਨੀਆਂ ਨੇ। ਕਿੰਨੇ ਵਿਸ਼ਵਕੋਸ਼ ਨੇ ਪੰਜਾਬੀ ਦੇ ਵਿੱਚ ਜਿਹੜੇ ਪੰਜਾਬੀ ਨੇ ਤਿਆਰ ਕੀਤੇ ਆ ਵੈਸੇ ਬਾਈ ਦਾ ਵੇ, ਫਿਰ ਅਸੀਂ ਅੰਗਰੇਜ਼ੀ ਦੀ ਸ਼ਰਨ ਲੈਂਦੇ ਹਾਂ। ਲੋਕ ਧਾਰਾ ਦੇ ਵਿੱਚ ਇੱਕ ਵਿਅਕਤੀਗਤ ਯਤਨ ਡਾਕਟਰ ਬੰਜਾਰਾ ਵੇਦੀ ਨੇ ਕੀਤਾ, ਬਾ ਕਮਾਲ। ਪਰ ਉਸ ਤੋਂ ਬਾਅਦ ਅਸੀਂ ਕੀ ਕੀਤਾ? ਉਸ ਤੋਂ ਬਾਅਦ ਅਸੀਂ ਕੀ ਕੀਤਾ? ਯੂਨੀਵਰਸਿਟੀਆਂ ਦੇ ਵਿੱਚ ਕੀ ਅਸੀਂ ਵਿਸ਼ਵਕੋਸ਼ ਬਣਾਏ? ਗਿਣਵੀਆਂ ਚੁਣਵੀਆਂ ਡਿਕਸ਼ਨਰੀਆਂ ਨੇ, ਉਹ ਗਿਣਵੀਆਂ ਚੁਣਵੀਆਂ ਡਿਕਸ਼ਨਰੀਆਂ ਦੇ ਨਾਲ ਹੀ ਸਾਨੂੰ ਵਿਸ਼ਵਕੋਸ਼ ਵੀ ਵੱਡੇ ਵੱਡੇ ਤਿਆਰ ਕਰਨੇ ਪੈਣਗੇ। ਤਾਂ ਸਾਨੂੰ ਅੱਡ ਅੱਡ ਵਿਧਾਵਾਂ ਦੇ ਇਤਿਹਾਸ ਲਿਖਾਣੇ ਪੈਣਗੇ। ਇਤਿਹਾਸਾਂ ਦੇ ਵਿੱਚ ਵੀ ਬਹੁਤ ਵੱਡੀ ਜੇ ਗਿਆਨ ਦੇ ਖੇਤਰ ਦੀ ਗੱਲ ਕਰੀਏ, ਪਰ ਆਮ ਭਾਸ਼ਾ ਦੇ ਵਿੱਚ ਜਿਹੜੀ ਅਕੈਡਮਿਕਸ ਆ, ਮੁੱਢਲੀ ਪੜ੍ਹਾਈ ਆ +2 ਤੱਕ ਦੀ, ਉਹਨੂੰ ਵੀ ਬਾਈਬਲ ਬਣਾਉਣ ਵਾਸਤੇ ਚੰਗੇ ਅਨੁਵਾਦ ਕਰਾਉਣੇ ਪੈਣਗੇ, ਸਮਝਾਣਯੋਗ ਅਨੁਵਾਦ। ਮੈਂ ਕਈ ਵਾਰੀ ਦੇਖਿਆ ਕਿ ਅਗਲਾ ਸੋਚਦਾ ਵੀ ਹੁਣ ਤਾਂ ਅੰਗਰੇਜ਼ੀ 'ਚ ਹੀ ਮੈਂ ਇਹ ਮੈਥ ਪੜ੍ਹ ਲਾਂ, ਪੰਜਾਬੀ ਦੇ ਵਿੱਚ ਜਿਹੜਾ ਅਨੁਵਾਦ ਹੋਇਆ ਮੈਥ ਆ, ਉਹਨਾਂ ਦਾ ਲਘੁੱਤਮ ਸਮਾਵਰਤਕ ਇੰਨਾ ਗੜਬੜ ਆ, ਉਹ ਜ਼ਿਆਦਾ ਔਖਾ ਲੱਗਦਾ, ਕਿਉਂਕਿ ਬੱਚੇ ਹੁਣ ਅੱਧੇ ਕੁ ਸ਼ਬਦ ਇੰਗਲਿਸ਼ ਦੇ ਸੁਣਦੇ ਨੇ, ਅੱਧੇ ਕੁ ਹਿੰਦੀ ਦੇ, ਅੱਧੇ ਪੰਜਾਬੀ ਦੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਐਡਰੈਸ ਨਹੀਂ ਕੀਤਾ। ਅਸੀਂ ਇਹਨਾਂ ਨੂੰ ਮੁਖਾਤਬ ਜੇ ਨਹੀਂ ਹੋਵਾਂਗੇ ਤਾਂ ਸਮੱਸਿਆਵਾਂ ਤਾਂ ਰਹਿਣਗੀਆਂ। ਇਹਦੇ 'ਚ ਮੈਨੂੰ ਲੱਗਦਾ ਕਿ ਪੰਜਾਬੀਆਂ ਦੀ ਜਿਹੜੀ ਕਮਿਟਮੈਂਟ ਆ ਨਾ, ਇਹ ਬੰਗਾਲੀਆਂ ਵਰਗੀ ਨਹੀਂ, ਤਮਿਲ ਲੋਕਾਂ ਵਰਗੀ ਨਹੀਂ, ਮਰਾਠੀ ਲੋਕਾਂ ਵਰਗੀ ਨਹੀਂ। ਉਹ ਨਾ ਤੁਲ ਜਾਂਦੇ ਆਪਣੀ ਭਾਸ਼ਾ, ਆਪਣੀ ਮਾਤ ਭਾਸ਼ਾ ਲਈ। ਅਸੀਂ ਫਿਰ ਮਤਲਬ ਗੌਰਵ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ, ਮੈਨੂੰ ਇੰਗਲਿਸ਼ ਆਉਂਦੀ ਹੈ ਜਾਂ ਮੈਂ ਇੰਗਲਿਸ਼ ਵਾਲੇ ਪਾਸੇ ਜਾ ਰਿਹਾ। ਯਾਨੀ ਆਪਣੇ ਆਪ ਹੀ ਅਸੀਂ ਆਪਣੀ ਮਾਤ ਭਾਸ਼ਾ ਨੂੰ ਗਵਾਰ ਭਾਸ਼ਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਇਹ ਸਭ ਤੋਂ ਮੰਦਭਾਗੀ ਗੱਲ ਆ। ਇਹ ਅਸਲ ਵੰਗਾਰ ਇਹ ਆ, ਕਿਸੇ ਧਰਮ ਤੋਂ ਵੰਗਾਰ ਨਹੀਂ ਹੈ। ਸਾਨੂੰ ਆਪਣਿਆਂ ਤੋਂ, ਆਪਣੇ ਆਪ ਤੋਂ ਹੀ ਪੰਜਾਬੀ ਭਾਸ਼ਾ ਨੂੰ ਖਤਰਾ, ਇਹ ਤੋਂ ਮੁਕਤ ਹੋਣਾ ਪਏਗਾ। ਸਰ, ਜਿਵੇਂ ਪੰਜਾਬ ਯੂਨੀਵਰਸਿਟੀ ਦੀ ਇਹ ਤਰਾਸਦੀ ਹੈ, ਇਸ ਸਮੇਂ ਫੰਡ ਦੀ ਬਹੁਤ ਘਾਟ ਹੈ ਪੰਜਾਬ ਯੂਨੀਵਰਸਿਟੀ ਨੂੰ। ਅਜਿਹੇ ਸਮੇਂ ਵਿੱਚ ਆਪ ਜੀ ਦਾ ਵਿਭਾਗ ਪੰਜਾਬੀ ਦੀ ਪ੍ਰਫੁੱਲਤਾ ਲਈ ਕੀ ਯਤਨ ਕਰ ਰਿਹਾ? ਕਿਸ ਤਰ੍ਹਾਂ ਦੇ ਸੈਮੀਨਾਰ ਜਾਂ ਗੋਸ਼ਟੀਆਂ ਕਰਾ ਰਿਹਾ? ਖੈਰ ਮੇਰਾ ਤਾਂ ਮੈਂ 2007 ਤੋਂ ਆਇਆ ਲਗਾਤਾਰ ਇੱਥੇ। ਸੈਮੀਨਾਰ ਕਰਾਉਣ ਲਈ ਤਾਂ ਕਦੇ ਫੰਡ ਦੀ ਕਮੀ ਮਹਿਸੂਸ ਨਹੀਂ ਹੋਈ। ਪੰਜਾਬੀ ਸੈਮੀਨਾਰਾਂ ਨੂੰ ਫੰਡਿੰਗ ਕਰਨ ਵਾਲੀਆਂ ਸੰਸਥਾਵਾਂ, ਅਕੈਡਮੀਆਂ ਇੰਨੀਆਂ ਨੇ। ਤਾਂ ਨੈਸ਼ਨਲ ਸੈਮੀਨਾਰ ਵੀ ਹੋਇਆ, ਅਸੀਂ ਇੱਕ ਵਿਸ਼ਵ ਕਾਨਫਰੰਸ ਵੀ ਕਰਵਾਈ ਆ ਲਾਸਟ ਈਅਰ। ਐਤਕੀ 2 ਰਾਸ਼ਟਰੀ ਸੈਮੀਨਾਰ ਹੋਏ ਆ। ਰੂਬਰੂ ਪ੍ਰੋਗਰਾਮ ਚੱਲਦੇ ਰਹਿੰਦੇ ਆ। ਇਹਨਾਂ 'ਚ ਬਹੁਤ ਜ਼ਿਆਦਾ ਪੈਸਾ ਨਹੀਂ ਖਰਚ ਹੁੰਦਾ। ਇਹਦਾ ਕਈ ਵਾਰੀ ਸਾਡੀ ਸੁਸਤੀ ਜਾਂ ਬਹਾਨੇਬਾਜ਼ੀ ਹੁੰਦੀ ਆ ਕਿ ਅਸੀਂ ਕਰ ਨਹੀਂ ਸਕਦੇ, ਉਹਦੇ 'ਚ ਮਿਹਨਤ ਸ਼ਾਮਲ ਹੁੰਦੀ ਆ। ਮਸਲਨ ਲਗਾਤਾਰ ਇੱਥੇ PhD ਕਰਨ ਵਾਲਿਆਂ ਦੀ ਗਿਣਤੀ ਵਧੀ ਆ। ਹੁਣ ਸਾਡੇ ਕੋਲ 138 PhD ਇਨਰੋਲਡ ਨੇ, ਕਿਉਂਕਿ ਇਹ ਨੋਡਲ ਏਜੰਸੀ ਆ ਪੰਜਾਬੀ ਅਧਿਐਨ ਸਕੂਲ, ਜਿਹਦਾ ਮੈਂ ਮੁਖੀ ਹਾਂ, ਅੱਜ ਕੱਲ੍ਹ ਚੇਅਰਪਰਸਨ ਆ। ਤਾਂ ਕੋਈ ਜ਼ਮਾਨਾ ਅਸੀਂ ਇੱਥੇ 20-25 ਹੁੰਦੇ ਸੀ, ਕਿਉਂਕਿ UGC ਦੇ ਨਿਯਮਾਂ ਦੇ ਮੁਤਾਬਕ ਕਾਲਜਾਂ ਦੇ ਵਿੱਚ ਜਿਹੜੇ ਵਿਦਵਾਨ ਪ੍ਰੋਫੈਸਰ ਨੇ, ਪੜ੍ਹਨ ਲਿਖਣ ਵਾਲੇ ਆ, ਉਹਨਾਂ ਨੂੰ ਗਾਈਡ ਬਣਾਇਆ ਜਾ ਸਕਦਾ। ਪਰ ਅਸੀਂ ਇਹ ਓਪਨ ਆ ਕਿ ਜੇ ਕੋਈ ਪੰਜਾਬੀ 'ਚ PhD ਜਾਂ MPhil ਕਰੇਗਾ ਜਾਂ MA ਕਰੇਗਾ, ਉਹ ਇੱਕ ਤਰ੍ਹਾਂ ਦੇ ਨਾਲ ਪ੍ਰਫੁੱਲਿਤ ਹੋਣ ਦਾ ਮੌਕਾ ਹੀ ਮਿਲੇਗਾ। ਪੰਜਾਬੀ ਭਾਸ਼ਾ ਨੂੰ ਰੋਕਣਾ ਨਹੀਂ ਚਾਹੀਦਾ। ਮੈਂ ਇਸ ਮਾਮਲੇ 'ਚ ਲਿਬਰਲ ਹਾਂ ਕਿ ਕੁਆਲਿਟੀ ਹੋਵੇ, ਕੁਆਲਿਟੀ ਦੇ ਨਾਲ ਨਾਲ ਲਿਬਰਲ ਵੀ ਹੋਣਾ ਪਏਗਾ। ਜਿਵੇਂ ਸ਼ਬਦ ਜੋੜਾਂ ਦੇ ਮਾਮਲੇ 'ਚ ਕਿਹਾ ਤੁਸੀਂ, ਉਹ ਜਿਹੜਾ ਸਵਾਲ ਪੁੱਛਿਆ ਕਿ ਫੰਡ ਦੀ ਘਾਟ ਆ, ਫੰਡ ਦੀ ਘਾਟ ਪੰਜਾਬ ਯੂਨੀਵਰਸਿਟੀ ਨੂੰ
ਇੰਨੀ ਨਹੀਂ ਹੈ ਜਿੰਨੀ ਪੰਜਾਬ 'ਚ ਬੈਠ ਕੇ ਲੋਕ ਸੋਚਦੇ ਨੇ। ਕਦੇ ਕਿਸੇ ਦੀ ਤਨਖਾਹ ਨਹੀਂ ਰੁਕੀ ਹੈ, ਪਰ ਜਿੰਨੀ ਜ਼ਰੂਰਤ ਹੈ ਇਹਨੂੰ ਵਰਲਡ ਦੇ ਮੈਪ 'ਤੇ ਜਾਣ ਲਈ, ਉਹਦੇ 'ਚ ਲੰਮੇ ਸਮੇਂ ਤੋਂ ਸਰਕਾਰ ਹੱਥ ਖਿੱਚ ਰਹੀ ਹੈ ਪਿਛਾਂਹ। ਇਹ ਮੰਦਭਾਗੀ ਗੱਲ ਹੈ ਕਿ ਪਹਿਲੀਆਂ 10 ਯੂਨੀਵਰਸਿਟੀਆਂ 'ਚ ਜਾਂ 1 ਨੰਬਰ 'ਤੇ ਵੀ ਰਹੀ ਹੈ ਇੰਡੀਆ ਦੀ ਯੂਨੀਵਰਸਿਟੀ, ਇਹ ਪੈਸੇ ਦੀ ਘਾਟ ਕਾਰਨ ਉਹਦਾ ਜਿਹੜੀ ਰੈਂਕਿੰਗ ਆ ਥੱਲੇ ਡਿੱਗੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਸਲਨ ਸਾਡੇ ਕੋਲ 1500 ਪੋਸਟਾਂ ਨੇ, ਹਾਲਾਂਕਿ ਮੁੱਦਾ ਹੋਰ ਆ, 1500 ਸੈਂਕਸ਼ਨ ਪੋਸਟਾਂ ਨੇ ਜਿਹਦੇ 'ਚ ਸਾਡੇ ਕੋਲ 800 850 ਹੈਗੀਆਂ ਨੇ, ਅਡਹੌਕ ਪਾ ਕੇ 900 ਲਾ ਲਓ, ਯਾਨੀ 600 ਪੋਸਟਾਂ ਖਾਲੀ ਨੇ। ਪੰਜਾਬੀ ਵਿਭਾਗ ਪ੍ਰਤੀ ਮੈਂ ਬਹੁਤ ਚਿੰਤਤ ਹਾਂ। ਪੰਜਾਬੀ ਵਿਭਾਗ ਦੇ ਵਿੱਚ 8 ਪੋਸਟਾਂ ਨੇ, ਸਕੂਲ ਆਫ ਪੰਜਾਬੀ ਸਟੱਡੀ 'ਚ 8 6 14 ਪੋਸਟਾਂ ਨੇ, ਪਰ ਪੰਜਾਬੀ ਵਿਭਾਗ 'ਚ 8 ਦੀ ਨਿਸਬਤ 3 ਨੇ, 5% ਤੁਸੀਂ ਪ੍ਰਤੀਸ਼ਤ ਕੱਢ ਲਿਓ। ਲੈਕਸੀਕੋਗ੍ਰਾਫੀ ਸਾਡਾ ਯੂਨਿਟ ਆ, ਉਹਦੀਆਂ 6 ਪੋਸਟਾਂ ਨੇ, 2 ਨੇ, 6 ਚੋਂ 2 30%, ਯਾਨੀ ਇੰਨੀ ਡੈਫੀਸ਼ੈਂਸੀ ਦੇ ਨਾਲ, ਇੰਨੀ ਕਮੀ ਪੇਸ਼ੀ ਦੇ ਨਾਲ ਸਾਡੇ ਲਈ ਹਾਇਰ ਐਜੂਕੇਸ਼ਨ ਦੇ ਵਿੱਚ ਟਿਕ ਪਾਉਣਾ, ਕੁਆਲਿਟੀ ਦੇ ਪਾਉਣਾ ਦਿਨ ਪ੍ਰਤੀ ਦਿਨ ਇਹ ਮੁਸ਼ਕਲ ਹੋਏਗਾ। ਹਾਲਾਂਕਿ ਐਡ ਹੋਈ ਹੈ ਇੱਕ ਪੋਸਟ, ਭਰੀ ਜਾਏਗੀ ਜਲਦੀ, ਫਿਰ 2 ਭਰੀਆਂ ਜਾਣਗੀਆਂ, ਪਰ ਜਦੋਂ ਤੱਕ ਅਸੀਂ ਪੰਜਾਬੀ ਨਾਲ ਸੰਬੰਧਿਤ ਅਕੈਡਮਿਕਸ ਦੇ ਵਿੱਚ ਵੈਕੈਂਸੀਜ਼ ਨੂੰ ਪੂਰੀਆਂ ਨਹੀਂ ਕਰਦੇ, 100% ਨਹੀਂ 80% ਤਾਂ ਕਰੋ, ਤਾਂ ਹੀ ਕੁਆਲਿਟੀ ਆਏਗੀ, ਤਾਂ ਹੀ ਵਿਕਾਸ ਹੋਏਗਾ। ਇੱਧਰਲੇ ਪਾਸੇ ਸਰਕਾਰਾਂ ਹੱਥ ਖਿੱਚਦੀਆਂ ਨੇ, ਕਿਉਂਕਿ ਹਰ ਐਜੂਕੇਸ਼ਨ ਮੈਨੂੰ ਨਹੀਂ ਲੱਗਦਾ ਪ੍ਰਾਇਓਰਟੀ ਹੈ। ਨਵੀਆਂ ਐਜੂਕੇਸ਼ਨ ਪਾਲਿਸੀ ਦੇ ਡਰਾਫਟ ਤਾਂ ਬਣਦੇ ਆ, ਪਰ ਉਹ ਵੀ ਇਹ ਧਿਆਨ 'ਚ ਰੱਖ ਕੇ, ਜੇ ਧਿਆਨ ਨਾਲ ਹਾਇਰ ਐਜੂਕੇਸ਼ਨ ਪਾਲਿਸੀ ਨੂੰ ਦੇਖੀਏ, ਉਹਦੇ 'ਚ ਕਈ ਲਕੂਨੇ ਨੇ, ਪਰ ਇਹ ਵਿਸ਼ਾ ਬਹੁਤ ਲੰਬਾ, ਉਹ ਡਾਕੂਮੈਂਟ ਵੀ ਬੜਾ, ਉਹ ਕਿਤੇ ਫਿਰ ਗੱਲ ਕੀਤੀ ਜਾ ਸਕਦੀ ਆ। ਪਰ ਪੰਜਾਬੀ ਭਾਸ਼ਾ ਦਾ ਜਿਹੜਾ ਦੂਜਾ ਅਹਿਮ ਨੁਕਤਾ ਤੁਸੀਂ ਫੰਡ ਨਾਲ ਜੋੜਿਆ, ਇਹ ਬਿਲਕੁਲ ਹੈਗਾ ਕਿ ਜੇ ਸਾਡੇ ਕੋਲ ਟਾਈਪਿਸਟ, ਸਟੈਨੋ ਅਤੇ ਪ੍ਰੋਫੈਸਰ ਪੰਜਾਬੀ ਦੇ ਵਿੱਚ ਨਹੀਂ ਹੋਣਗੇ ਤਾਂ ਬੱਚੇ ਕੀ ਇੱਥੇ ਕੁਆਲਿਟੀ ਐਜੂਕੇਸ਼ਨ ਲੈਣਗੇ? ਇਹ ਆਪਣੇ ਆਪ 'ਚ ਬਹੁਤ ਅਹਿਮ ਮਸਲਾ। ਸੋ ਇੱਧਰਲੇ ਪਾਸੇ ਅਸੀਂ ਤਾਂ ਆਪਣੇ ਯਤਨ ਕਰਦੇ ਹਾਂ, ਪਰ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਵਾਲਾਂ ਦੇ ਘੇਰੇ 'ਚ ਨੇ, ਇਹਦੇ 'ਚ ਤੱਕ ਦੇਖੋ ਪੰਜਾਬ ਸਰਕਾਰ ਨੇ ਥੋੜ੍ਹੀ ਜਿਹੀ ਫੰਡਿੰਗ ਵਧਾਈ ਹੈ, ਪਰ ਫੰਡਿੰਗ ਜ਼ਿਆਦਾ ਵਧਣੀ ਚਾਹੀਦੀ ਹੈ। 38 ਕਰੋੜ ਨਾਲ ਨਹੀਂ ਸਰਨਾ ਹੈਗਾ, ਉਹਨਾਂ ਨੂੰ 1.25 ਕਰੋੜ ਬਣਦਾ, 125 ਕਰੋੜ ਰੁਪਈਆ, 150 ਕਰੋੜ ਰੁਪਈਆ ਜੇ ਅਸੀਂ 60-40 ਦੀ ਰੇਸ਼ੋ ਲਈਏ। ਸੋ ਇਹ ਫੰਡ ਤਾਂ ਕ੍ਰਾਈਸਿਸ ਹੈਗਾ, ਫੰਡ ਦੇ ਕ੍ਰਾਈਸਿਸ ਕਰਕੇ ਹਰ ਐਜੂਕੇਸ਼ਨ ਦੀ ਕੁਆਲਿਟੀ ਤੇ ਪ੍ਰਫੁੱਲਤਾ 'ਤੇ ਉਲਟਾ ਅਸਰ ਤਾਂ ਪੈ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੰਤ ਵਿੱਚ ਆਪ ਜੀ ਪੰਜਾਬੀ ਦੇ ਜੋ ਚਹੇਤੇ ਹਨ ਉਹਨਾਂ ਨੂੰ ਸੰਖੇਪ ਵਿੱਚ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਬਹੁਤ ਸੰਖੇਪ 'ਚ ਤਾਂ ਇਹੀ ਹੈ ਕਿ ਭਾਈ ਪ੍ਰਤੀਬੱਧਤਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਆਪਣੀ ਕੌਮੀਅਤ ਪ੍ਰਤੀ, ਆਪਣੀ ਭਾਸ਼ਾ ਪ੍ਰਤੀ ਤੁਸੀਂ ਸੁਜੱਗ ਨਹੀਂ ਹੋਵੋਗੇ, ਯਤਨ ਨਹੀਂ ਕਰੋਗੇ, ਇਹ ਗੱਲਾਂ ਨਾਲ ਪ੍ਰਫੁੱਲਤ ਨਹੀਂ ਜੇ ਹੋਣੀ। ਇਹਦੇ ਲਈ ਬਿਲਕੁਲ ਅਮਲ 'ਚ ਲਿਆ ਕੇ ਕੰਮ ਕਰਨੇ ਪੈਣਗੇ। ਜਿੱਥੇ ਕਿਤੇ ਵੀ ਕੋਈ ਪੰਜਾਬੀ ਸੁਜੱਗ ਬੈਠਾ, ਉਹ ਆਪਣਾ ਕੰਮ ਕਰੇ ਕਿ ਮੈਂ ਕੀ ਕਰ ਸਕਦਾ। ਉਹ ਅਸੀਂ ਜਿਹੜੀ ਮੀਟਿੰਗ ਕੀਤੀ ਉਹ 'ਚ ਛੋਟੇ ਮਸਲੇ ਵੀ ਵਿਚਾਰੇ ਗਏ ਕਿ ਜੇ ਕੋਈ ਅਨੁਵਾਦ ਕਰ ਸਕਦਾ ਅਨੁਵਾਦ ਕਰੇ, ਜੇ ਕੋਈ ਕੁਛ ਚੰਗਾ ਲਿਖ ਸਕਦਾ ਚੰਗਾ ਲਿਖੇ, ਜੇ ਕੋਈ ਪੱਤਰਕਾਰੀ ਦੇ ਖੇਤਰ ਦੇ ਵਿੱਚ ਗਿਆਨ ਵਧਾਊ ਲੇਖ ਅੰਗਰੇਜ਼ੀ ਤੋਂ, ਜੇ ਉਹਨੂੰ ਲੱਗਿਆ ਵੀ ਇਹ ਅੰਗਰੇਜ਼ੀ 'ਚ ਵੀ ਬਹੁਤ ਵਧੀਆ, ਉਹਨਾਂ ਨੂੰ ਮੈਂ ਪੰਜਾਬੀ 'ਚ ਦੇਵਾਂ। ਉੱਥੇ ਉਹ ਪੈਸਿਆਂ ਦਾ ਲਾਲਚ ਨਾ ਕਰੇ ਕਿ ਮੈਨੂੰ ਜੀ 5000 ਜੇ ਦਊਗਾ ਕੋਈ ਤਾਂ ਮੈਂ ਲੇਖ ਲਿਖਣਾ ਹੋਰ ਆ। ਥੋੜ੍ਹਾ ਵਲੰਟੀਅਰਲੀ ਸਾਨੂੰ ਇਹ ਯਤਨ ਕਰਨੇ ਚਾਹੀਦੇ। ਇਹੀ ਮੇਰਾ ਪੈਗਾਮ ਆ ਕਿ ਸਾਂਝੇ ਯਤਨ ਹੋਣੇ ਚਾਹੀਦੇ ਆ, ਬਿਲਕੁਲ ਜਿਹੜਾ ਭਰਾਤਰੀ ਭਾਵ ਵਾਲੇ। ਇਹ ਹੁਣ ਸਮਾਂ ਖਤਮ ਹੋ ਗਿਆ ਕਿ ਪੰਜਾਬੀ ਭਾਸ਼ਾ ਕਿਸੇ ਧਰਮ 'ਤੇ ਆਧਾਰਿਤ ਆ ਜਾਂ ਜਿਉਂਦੀ ਆ। ਇਹ ਕਦੇ ਵਿਸ਼ਵਾਸ ਜਾਂ ਮਿੱਥ ਪੈਦਾ ਹੋਈ ਸੀ, ਹੁਣ ਤਾਂ ਸਾਹਮਣੇ ਅਲੀਟ ਤੋਂ, ਅਮੀਰਾਂ ਤੋਂ, ਸੰਪੰਨ ਕਲਾਸ ਤੋਂ ਇਹਨੂੰ ਖਤਰਾ। ਉਹ ਤੋਂ ਕਿੱਦਾਂ ਬਚਾਉਣਾ, ਇਹ ਵੀ ਮੇਰਾ ਪੈਗਾਮ ਆ ਕਿ ਉਹਨਾਂ ਦੋਸਤਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਜੇ ਆਪਾਂ ਸ਼ਹਿਰਾਂ 'ਚ ਆ ਕੇ ਤਾਂ ਆਪਣੀ ਮਾਤ ਭਾਸ਼ਾ ਨੂੰ ਛੱਡ ਦਈਏ। ਹੁਣ ਮਾਵਾਂ ਛੱਡੀਆਂ ਥੋੜ੍ਹੀ ਜਾਂਦੀਆਂ ਨੇ, ਉਹਨਾਂ ਨੂੰ ਤਾਂ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ, ਤਾਂ ਹੀ ਉਹਨਾਂ ਦੀ ਸਿਹਤ ਵਧੀਆ ਰਹੇਗੀ। ਇਹ ਭਾਸ਼ਾ ਅਤੇ ਮਾਂ ਇੱਕੋ ਹੀ ਆ। ਇਸ ਭਾਵਨਾ ਦੇ ਨਾਲ ਇਹ ਮੇਰਾ ਪੈਗਾਮ ਆ ਕਿ ਭਾਈ ਉਹ ਸੇਵਾ ਭਾਵ ਦੇ ਨਾਲ ਇਹਨੂੰ ਪ੍ਰਫੁੱਲਿਤ ਕਰੋ।
ਡਾਕਟਰ ਸਾਹਿਬ ਨੇ ਜਿਵੇਂ ਕਿ ਸਕਾਰਾਤਮਕ ਤੇ ਨਕਾਰਾਤਮਕ ਦੋਨੋਂ ਪੱਖਾਂ ਨੂੰ ਪੇਸ਼ ਕੀਤਾ ਹੈ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਜਿਵੇਂ ਕਿ ਇਹਨਾਂ ਨੇ ਸੰਦੇਸ਼ ਦਿੱਤਾ ਉਹਨੂੰ ਆਪਣੇ ਨਿੱਜੀ ਜੀਵਨ 'ਚ ਅਪਣਾਉਂਦੇ ਹੋਏ ਪੰਜਾਬੀ ਦੀ ਪ੍ਰਫੁੱਲਤਾ ਲਈ ਯਤਨ ਕਰੀਏ। ਧੰਨਵਾਦ।